ਇਹਦੇ ਪਿੱਛੇ ਜਿਹੜੇ ਪੰਜਾਬ ਜਿਹੜਾ ਅੰਦੋਲਨ ਚਲਾ ਰਿਹਾ ਹੈ, ਇਹ ਸਿੱਖ ਭਾਈਚਾਰੇ ਦਾ ਅੰਦੋਲਨ ਹੈ। ਇਸ ਮਾਮਲੇ ਨੂੰ ਕਹਿੰਦੇ ਕਿ ਭਾਜਪਾ ਹੀ ਧੱਕ ਰਹੀ ਹੈ ਇੱਧਰ ਨੂੰ, ਜਿਹਦੇ ਕਰਕੇ ਸਵਾਲ ਖੜਾ ਕੀਤਾ ਕਲੇਰ ਜੀ ਨੇ। जिस तरह की एक केंद्र सरकार की बेरुखी है घट गिणतियों के प्रति, और मैं कहूँगा कि दिल्ली हमेशा ही कदे भी दिल्ली दे विच कोई भी हाकम ते रही होवे वो किते ना किते वधीकियां करती रही है। ਭਾਰਤੀ ਜਨਤਾ ਪਾਰਟੀ ਤੋਂ ਅੱਜ ਇਹਨਾਂ ਨੂੰ ਸੁਰੱਖਿਆ ਲੱਗਦੀ ਹੈ। ਜਦੋਂ ਤੱਕ ਤੇ ਨਾਲ ਸੀਗੇ ਭਾਈਵਾਲ ਸੀਗੇ, ਕਦੀ ਐਵੇਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ। ਅੱਜ ਇੱਕ ਆਪ ਦੀ ਰਾਜਨੀਤੀ ਚਮਕਾਉਣ ਦੇ ਚੱਕਰ ਦੇ ਵਿੱਚ ਕਿ ਹਾਂ ਠੀਕ ਹੈ ਜੀ, ਪੰਜਾਬ ਦਾ ਇੱਕ ਮਾਹੌਲ ਬਣਿਆ ਹੋਇਆ ਤੇ ਜਿੰਨਾ ਹੋ ਸਕਦਾ ਉਹਨਾਂ ਬੀਜੇਪੀ ਨੂੰ ਬਦਨਾਮ ਕਰ ਲਈਏ ਤੇ ਸ਼ਾਇਦ 4 ਵੋਟਾਂ ਸਾਨੂੰ ਪੈ ਜਾਣ। ਇਹ ਪੂਰੀ ਸਿਆਸਤ ਤੋਂ ਇਲਾਵਾ ਹੋਰ ਕੁਝ ਨਹੀਂ। ਕਿਧਰੇ ਵੀ ਜਾਤ ਬਰਾਦਰੀ ਧਰਮ ਦਾ ਆਮ ਪਬਲਿਕ ਦੇ ਵਿੱਚ ਕੋਈ ਨਾ ਵਖਰੇਵਾ, ਨਾ ਉਹਨਾਂ 'ਚ ਭਰਮ ਭੁਲੇਖਾ, ਨਾ ਕੋਈ ਵੈਰ ਵਿਰੋਧ ਹੈ। ਇਹ ਜਿਹੜੀਆਂ ਰਾਜਨੀਤਿਕ ਤਾਕਤਾਂ ਨੇ ਉਹ ਆਪਣੇ ਜਾਤੀ ਮਫਾਦ ਵਾਸਤੇ, ਆਪਣੀ ਕੁਰਸੀ ਨੂੰ ਕਾਇਮ ਰੱਖਣ ਦੇ ਵਾਸਤੇ, ਆਪਣੇ ਵੱਲ ਲੋਕਾਂ ਨੂੰ ਗੁੰਮਰਾਹ ਕਰਕੇ ਖਿੱਚਣ ਦੇ ਵਾਸਤੇ ਅਜਿਹੀਆਂ ਗੱਲਾਂ ਕਰਦੀਆਂ ਨੇ। ਹਰ ਕਿੱਤੇ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ, ਬਟ ਉਹਦੇ ਵਿੱਚ ਵੀ ਇਹ ਗੱਲ ਕਹਿਣੀ ਕਿ ਇਹਦੇ 'ਚ ਖਾਲਿਸਤਾਨੀ ਆ ਗਏ, ਇਹ ਵੱਖਵਾਦੀ ਨੇ, ਇਹ ਦਿਖਾਉਂਦਾ ਹੈ ਕਿ ਬੀਜੇਪੀ ਕਿਸ ਲੈਵਲ ਦੀ ਸਿਆਸਤ ਕਰ ਰਹੀ ਹੈ। ਸਰਕਾਰ ਨੇ ਇੰਨੀ ਨਰਮੀ ਵਰਤੀ ਹੈ, ਜਦੋਂ ਕਿ 26 ਜਨਵਰੀ ਦੀ ਸਾਡੇ ਸਾਹਮਣੇ ਘਟਨਾ ਆਈ ਹੈ, ਫਿਰ ਵੀ ਸਰਕਾਰ ਨੇ ਨਰਮ ਰੁਖ ਦਿਖਾਉਂਦੇ ਹੋਏ ਕੋਈ ਇਹੋ ਜਿਹੀ ਉੱਤੇ ਸ਼ਕਤੀ ਦਾ ਪ੍ਰਯੋਗ ਨਹੀਂ ਕੀਤਾ, ਬਲ ਪ੍ਰਯੋਗ ਨਹੀਂ ਕੀਤਾ। ਰਾਜਨੇਤਾਵਾਂ ਨੂੰ ਕਰਨਾ ਚਾਹੀਦਾ, ਉਹ ਕਰਦੇ ਨਹੀਂ, ਉਹ ਸਿਰਫ ਕੁਰਸੀ ਦੀ ਲੱਤ ਫੜ ਕੇ ਆਪਣਾ ਧਿਆਨ ਰੱਖਦੇ ਨੇ। ਪਹਿਲਾਂ ਤਾਂ ਇਸ ਤਰੀਕੇ ਦੇ ਝੂਠ ਬੋਲ ਕੇ ਝੂਠਾ ਪ੍ਰਚਾਰ ਕਰਕੇ ਪਹਿਲਾਂ ਤਾਂ ਕੋਈ ਅੰਦੋਲਨ ਖੜਾ ਕਰਨਾ, ਚਾਹੇ ਉਹ ਸੀਏਏ ਦੇ ਸਮੇਂ ਹੋਵੇ, ਚਾਹੇ ਉਹ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਨੇ ਭੰਡੀ ਪ੍ਰਚਾਰ ਕਰਕੇ ਜਿਹੜਾ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਕਿਸ ਬਿਹਾਫ ਤੇ, ਕਿਸ ਬਣਾ ਤੇ ਕਹਿ ਸਕਦੇ ਨੇ ਵੀ ਅੱਜ ਇੱਥੇ ਸੁਰੱਖਿਅਤ ਨਹੀਂ ਹੈ। ਸੋ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਵਿੱਚ ਕ੍ਰੀਏਟ ਕਰਕੇ, ਭਰਮ ਪੈਦਾ ਕਰਕੇ ਲੋਕਾਂ ਨੂੰ ਅਸਲੀ ਰਾਹ ਤੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਜੇ ਸਮਝਾਇਆ ਜਾਵੇ ਤੇ ਸਮਝ ਜਾਣ, ਪਰ ਅਸੀਂ ਹਟਦੇ ਹੀ ਨਹੀਂਗੇ ਪੰਗੇ ਲੈਣੋਂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਜਿਸ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਮਤਾ ਪਾਸ ਕਰਕੇ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ। ਕੇਵਲ ਇੰਨਾ ਹੀ ਨਹੀਂ, ਇਹ ਵੀ ਕਿਹਾ ਗਿਆ ਕਿ ਦੂਜੇ ਧਰਮਾਂ 'ਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਹੁਣ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਕਿ ਮੁਗਲ ਰਾਜ ਵੇਲੇ ਜਿਹੜੇ ਮੁਗਲ ਬਾਦਸ਼ਾਹ ਸੀ, ਉਹਨਾਂ ਦੀ ਸਰਪ੍ਰਸਤੀ ਹੇਠ ਫਿਰਕਾਪ੍ਰਸਤੀ ਵੱਧਦੀ ਫੁੱਲਦੀ ਸੀ, ਤੇ ਹੁਣ ਭਾਜਪਾ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਧਿਰਾਂ ਹੈਗੀਆਂ, ਇੱਦਾਂ ਦੀਆਂ ਜਿਹੜੀਆਂ ਤਾਕਤਾਂ ਹੈਗੀਆਂ, ਉਹਨਾਂ ਨੂੰ ਸਰਪ੍ਰਸਤੀ ਹਾਸਲ ਹੈ ਭਾਜਪਾ ਦੀ। ਦੂਜੇ ਪਾਸੇ ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਦ ਤੱਕ ਸਾਂਝ ਸੀ ਤਦ ਤੱਕ ਇਹ ਨੌਬਤ ਨਹੀਂ ਆਈ। ਇਹ ਗੱਠਜੋੜ ਟੁੱਟਣ ਤੋਂ ਬਾਅਦ ਹੀ ਕਿਉਂ ਅਸੁਰੱਖਿਅਤ ਹੋਣ ਦੀ ਗੱਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮਾਮਲੇ ਤੇ ਜੇ ਆਪਾਂ ਗੱਲ ਕਰਦੇ ਹਾਂ, ਭਾਜਪਾ ਦਾ ਜਿਹੜਾ ਨਜ਼ਰੀਆ ਇਸ ਮੁੱਦੇ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸੁਨੇਹਾ, ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਵਿੱਚ ਜਿਹੜੀ ਦਿਲਚਸਪੀ ਲਈ ਜਾ ਰਹੀ ਹੈ ਭਾਜਪਾ ਵੱਲੋਂ, ਉਹ ਨਜ਼ਰੀਆ ਵੀ ਅਕਾਲੀ ਦਲ ਆਪਣੇ ਵੱਖਰੇ ਤਰੀਕੇ ਨਾਲ ਦੇਖ ਰਿਹਾ ਹੈ। ਖੈਰ ਸੁਭਾਵਿਕ ਹੈ, ਨਜ਼ਰੀਆ ਆਪੋ ਆਪਣਾ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਚੈਨਲ ਜਿਹੜੇ ਚਰਚਾ ਸਾਡੇ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਨੇ। ਗੁਰਪ੍ਰੀਤ ਸਿੰਘ ਢਿੱਲੋਂ ਨੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਅਰਸ਼ਦੀਪ ਸਿੰਘ ਕਲੇਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਡਾਕਟਰ ਮਦਨਜੀਤ ਸੋਹਤਾ ਸਿੱਖ ਵਿਦਵਾਨ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਜੀ ਆਇਆਂ ਆਖਦਾ, ਵੈਲਕਮ ਕਰਦਾ। ਥੈਂਕ ਯੂ ਜੀ। ਕਲੇਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਹਾਊਸ ਕਰਕੇ ਮਤਾ ਕੀਤਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ, ਕਿਉਂ ਲੋੜ ਪਈ ਹੈ ਅਜਿਹਾ ਮਤਾ ਕਰਨ ਦੀ? ਕਲੀਅਰ ਜੀ। ਜਗਤਾਰ ਜੀ, ਦੇਖੋ, ਜਿਹੜਾ ਸ਼੍ਰੋਮਣੀ ਕਮੇਟੀ ਦਾ ਫੈਸਲਾ ਉਹ ਲੋਕਾਂ ਦੀ ਭਾਵਨਾ ਦੇ ਮੁਤਾਬਕ ਲਿਆ ਗਿਆ ਹੈ ਫੈਸਲਾ, ਔਰ ਜਿਸ ਤਰ੍ਹਾਂ ਦਾ ਮਾਹੌਲ ਹੈ, ਵਾਕਈ
ਜਿਸ ਤਰ੍ਹਾਂ ਦੀ ਇੱਕ ਕੇਂਦਰ ਸਰਕਾਰ ਦੀ ਬੇਰੁਖੀ ਹੈ ਘੱਟ ਗਿਣਤੀਆਂ ਦੇ ਪ੍ਰਤੀ, ਔਰ ਇਹ ਮੈਂ ਕਹੂੰਗਾ ਕਿ ਦਿੱਲੀ ਹਮੇਸ਼ਾ ਹੀ ਕਦੇ ਵੀ ਦਿੱਲੀ ਦੇ ਵਿੱਚ ਕੋਈ ਵੀ ਹਾਕਮ ਤੇ ਰਹੀ ਹੋਵੇ ਉਹ ਕਿਤੇ ਨਾ ਕਿਤੇ ਵਧੀਕੀਆਂ ਕਰਦੀ ਰਹੀ ਹੈ, ਪਰ ਖਾਸ ਕਰਕੇ ਜਿਹੜੀ ਹੁਣ ਬੀਜੇਪੀ ਦੀ ਸਰਕਾਰ ਹੈ ਇਸ ਦੌਰ ਦੇ ਵਿੱਚ ਆ ਕੇ ਜਿਸ ਤਰੀਕੇ ਦੇ ਨਾਲ ਇਹ ਕੰਮ ਕੀਤੇ ਜਾ ਰਹੇ ਨੇ, ਔਰ ਮੈਂ ਕਹੂੰਗਾ ਕਿ ਹਰ ਚੀਜ਼ ਨੂੰ ਬੀਜੇਪੀ ਦਾ ਇੱਕ ਆਦਤ ਬਣ ਗਈ ਹੈ ਕਿ ਹਰ ਚੀਜ਼ ਨੂੰ ਇਹ ਕਮਿਊਨਲ ਟੀਕਾ ਲਾ ਕੇ ਦੇਖਣਾ ਚਾਹ ਰਹੇ ਨੇ, ਜਿਹਦਾ ਕਿ ਬਹੁਤ ਵੱਡਾ ਆਬਜੈਕਸ਼ਨ ਹੈ, ਲੋਕਾਂ ਦੇ ਵਿੱਚ ਰੋਸ ਹੈ। ਹੁਣ ਵੀ ਪੰਜਾਬ ਦੇ ਵਿੱਚ ਤੁਸੀਂ ਜਿੱਦਾਂ ਦੇਖੋਗੇ ਕਿ ਇੱਕ ਕਿਸਾਨੀ ਅੰਦੋਲਨ ਚੱਲ ਰਿਹਾ, ਕਿਸਾਨੀ ਅੰਦੋਲਨ ਹੈ ਔਰ ਕਿਸਾਨ ਇੱਕ ਜੈਨਰਿਕ ਟਰਮ ਹੈ, ਹਰ ਧਰਮ ਦੇ ਵਿੱਚ ਕਿਸਾਨ ਹੈ, ਹਰ ਕਿੱਤੇ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ, ਬਟ ਉਹਦੇ ਵਿੱਚ ਵੀ ਇਹ ਗੱਲ ਕਹਿਣੀ ਕਿ ਇਹਦੇ 'ਚ ਖਾਲਿਸਤਾਨੀ ਆ ਗਏ, ਇਹ ਵੱਖਵਾਦੀ ਨੇ, ਇਹ ਦਿਖਾਉਂਦਾ ਹੈ ਕਿ ਬੀਜੇਪੀ ਕਿਸ ਲੈਵਲ ਦੀ ਸਿਆਸਤ ਕਰ ਰਹੀ ਹੈ। ਔਰ ਜਦੋਂ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਸੁਭਾਵਿਕ ਹੈ ਲੋਕਾਂ ਦੇ ਵਿੱਚ ਜਿਹੜੀ ਆਵਾਜ਼ ਹੈ ਔਰ ਜੋ ਬੀਜੇਪੀ ਦਿਖਾਉਣਾ ਚਾਹ ਰਹੀ ਹੈ ਉਸ ਤੋਂ ਕਿਤੇ ਸ਼ੱਕ ਨਹੀਂ ਰਹਿੰਦਾ ਕਿ ਹੁਣ ਘੱਟ ਗਿਣਤੀਆਂ ਦੇ ਪ੍ਰਤੀ ਇਹ ਕੈਸੀ ਨੀਅਤ ਤੇ ਨੀਤੀ ਰੱਖ ਰਹੇ ਨੇ। ਜੀ ਢਿੱਲੋਂ ਸਾਹਿਬ, ਤੁਸੀਂ ਕਮੈਂਟਸ ਤਾਂ ਸੁਣ ਹੀ ਲਏ ਕਲੇਸ਼ ਜੀ ਦੇ, ਪਰ ਮੈਂ ਸਵਾਲ ਮੈਂ ਵੀ ਲੈ ਲੈਣਾ ਹੈ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਇਸ ਵੇਲੇ ਜੋ ਮਾਹੌਲ ਦੇਸ਼ ਦੇ ਅੰਦਰ ਭਾਜਪਾ ਵੱਲੋਂ ਬਣਾਇਆ ਜਾ ਰਿਹਾ ਹੈ, ਸੁਭਾਵਿਕ ਹੈ ਕਿ ਘੱਟ ਗਿਣਤੀਆਂ ਉਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ। ਜੀ ਢਿੱਲੋਂ ਜੀ। ਸਿੱਧੂ ਸਾਹਿਬ, ਮੇਰੇ ਵੀਰ ਨੇ ਜਿਹੜੀ ਗੱਲ ਕਹੀ ਹੈ, ਅਸੀਂ ਅਕਸਰ ਡਿਬੇਟਸ ਦੇ ਉੱਤੇ ਇਕੱਠੇ ਆਉਂਦੇ ਰਹੇ ਹਾਂ, ਪਰ ਅੱਜ ਪਹਿਲੀ ਵਾਰੀ ਸੁਣਿਆ ਕਿ ਅਕਾਲੀ ਦਲ ਦੇ ਇਸ ਬੁਲਾਰੇ ਨੂੰ ਇਹ ਕਹਿੰਦੇ ਹੋਏ ਕਿ ਭਾਰਤੀ ਜਨਤਾ ਪਾਰਟੀ ਤੋਂ ਅੱਜ ਇਹਨਾਂ ਨੂੰ ਸੁਰੱਖਿਆ ਲੱਗਦੀ ਹੈ। ਜਦੋਂ ਤੱਕ ਤੇ ਨਾਲ ਸੀਗੇ, ਭਾਈਵਾਲ ਸੀਗੇ, ਕਦੀ ਐਵੇਂ ਦੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ। ਅੱਜ ਇੱਕ ਆਪਦੀ ਰਾਜਨੀਤੀ ਚਮਕਾਉਣ ਦੇ ਚੱਕਰ ਦੇ ਵਿੱਚ ਕਿ ਹਾਂ ਠੀਕ ਹੈ ਜੀ, ਪੰਜਾਬ ਦਾ ਇੱਕ ਮਾਹੌਲ ਬਣਿਆ ਹੋਇਆ ਤੇ ਜਿੰਨਾ ਹੋ ਸਕਦਾ ਉਹਨਾਂ ਬੀਜੇਪੀ ਨੂੰ ਬਦਨਾਮ ਕਰ ਲਈਏ ਤੇ ਸ਼ਾਇਦ 4 ਵੋਟਾਂ ਸਾਨੂੰ ਪੈ ਜਾਣ। ਇਹ ਕੋਰੀ ਸਿਆਸਤ ਤੋਂ ਇਲਾਵਾ ਹੋਰ ਕੁਝ ਨਹੀਂ। ਇਹ ਸਿਆਸਤਦਾਨਾਂ ਨੇ ਅੱਜ ਫੇਰ ਮਾਹੌਲ ਇੰਨਾ ਖਰਾਬ ਕਰ ਦਿੱਤਾ ਪੂਰੇ ਦੇਸ਼ ਦਾ ਔਰ ਪੰਜਾਬ ਦਾ ਖਾਸ ਕਰਕੇ ਕਿ ਅੱਜ ਔਰ ਇਹਦੇ ਵਿੱਚ ਬਹੁਤ ਵੱਡੀ ਇੰਟਰਨੈਸ਼ਨਲ ਪੱਧਰ ਦੀ ਸਾਜ਼ਿਸ਼ ਹੈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਸਾਜ਼ਿਸ਼ਾਂ ਬੁਣ ਕੇ ਜਿਹੜੀਆਂ ਨੇ ਅੱਗੇ ਲਿਆਂਦੀਆਂ ਜਾ ਰਹੀਆਂ, ਕਿਉਂਕਿ ਦੇਖਿਆ ਜਦੋਂ ਬਾਹਰਲੀਆਂ ਇਹ ਕੰਟਰੀਜ਼ ਨੇ ਕਿ ਦੇਸ਼ ਇੰਡੀਆ ਅੱਜ ਤਰੱਕੀ ਦੇ ਰਾਹ ਤੇ ਹੈ, ਇੰਡੀਪੈਂਡੈਂਟ ਹੋ ਰਿਹਾ, ਸੈਲਫ ਇੰਡੀਪੈਂਡੈਂਟ ਹੋ ਰਿਹਾ, ਆਤਮ ਨਿਰਭਰ ਭਾਰਤ ਬਣਾਉਣ ਵਾਸਤੇ ਜਿਹੜਾ ਪ੍ਰਯਾਸ ਕੀਤੇ ਜਾ ਰਹੇ ਨੇ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣ ਲਈ ਪਹਿਲਾਂ ਤਾਂ ਇਸ ਤਰੀਕੇ ਦੇ ਝੂਠ ਬੋਲ ਕੇ ਝੂਠਾ ਪ੍ਰਚਾਰ ਕਰ ਕਰਕੇ ਪਹਿਲਾਂ ਤਾਂ ਕੋਈ ਅੰਦੋਲਨ ਖੜਾ ਕਰਨਾ, ਚਾਹੇ ਉਹ ਸੀਏਏ ਦੇ ਸਮੇਂ ਹੋਵੇ, ਚਾਹੇ ਉਹ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਨੇ ਭੰਡੀ ਪ੍ਰਚਾਰ ਕਰਕੇ ਜਿਹੜਾ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਕਿਸ ਬਿਹਾਫ ਤੇ ਕਿਸ ਬਣਾ ਤੇ ਕਹਿ ਸਕਦੇ ਨੇ ਵੀ ਅੱਜ ਇੱਥੇ ਸੁਰੱਖਿਅਤ ਨਹੀਂ ਹੈ? ਕਿਹੜੀ ਇਹੋ ਜਿਹੀ ਗੱਲਬਾਤ ਕੀਤੀ ਹੋਵੇ ਗੱਲ? ਇਹ ਕਿਸਾਨੀ ਅੰਦੋਲਨ ਨੂੰ ਫਿਰ ਜਾਣ ਕੇ ਸਿੱਖਾਂ ਦੇ ਨਾਲ ਜੋੜ ਕੇ ਔਰ ਉਹਨੂੰ ਬਿਨਾਂ ਵਜ੍ਹਾ ਤੋਂ ਇਹਨੂੰ ਇਹੋ ਜਿਹੇ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਧਾਰਮਿਕ ਰੰਗਤ। ਇਹ ਭਾਰਤੀ ਜਨਤਾ ਪਾਰਟੀ ਨਹੀਂ ਦੇ ਰਹੀ, ਇਹ ਅਕਾਲੀ ਦਲ, ਕਾਂਗਰਸ, ਇਹ ਜਿਹੜੇ ਆਮ ਆਦਮੀ ਪਾਰਟੀ, ਇਹ ਸਾਰਿਆਂ ਨੇ ਰਲ ਮਿਲ ਕੇ ਸਾਰੇ ਇਸ ਰੰਗਤ ਨੂੰ ਦੇਣ 'ਚ ਲੱਗੇ ਨੇ ਔਰ ਬਹੁਤ ਵੱਡਾ ਹੱਥ ਇਹਦੇ 'ਚ ਕਮਿਊਨਿਸਟਾਂ ਦਾ। ਕਾਮਰੇਡ ਢਿੱਲੋਂ ਸਾਹਿਬ, ਮੈਂ ਇਹਦੇ ਤੇ ਸਵਾਲ ਲੈਣਾ ਚਾਹੁੰਦਾ। ਚਲੋ ਕਮਿਊਨਿਸਟਾਂ ਦਾ ਵੱਖਰੇ ਤੌਰ ਤੇ ਇਸ਼ੂ ਹੈਗਾ, ਅੱਜ ਆਪਣੇ ਨਾਲ ਅਕਾਲੀ ਦਲ ਦੇ ਨੁਮਾਇੰਦੇ ਨੇ, ਸਿੱਖ ਵਿਦਵਾਨ ਨੇ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਐਸਜੀਪੀਸੀ ਦਾ ਮੁੱਦਾ ਹੈ। ਉਹਨਾਂ ਦਾ ਤਾਂ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਧੱਕ ਰਹੀ ਹੈ ਇਸ ਪਾਸੇ ਵੱਲ ਨੂੰ, ਹਰ ਮਾਮਲੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਕਿੰਨੇ ਫਿਰਕੂ ਅੰਦੋਲਨ, ਕਿੰਨੇ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਦੇ ਸਾਹਮਣੇ ਜੱਗ ਦਾ। ਥੋੜੇ ਦਿਨ ਪਹਿਲਾਂ ਇੱਕੋ ਐਮਐਲਏ ਦਾ ਕੀ ਕਸੂਰ ਸੀ ਜਿਹਨੂੰ ਇਸ ਤਰੀਕੇ ਨਾਲ ਜ਼ਲੀਲ ਕੀਤਾ ਗਿਆ? ਸਿਰਫ ਕੁੱਟਿਆ ਨਹੀਂ, ਉਹਦੇ ਕੱਪੜੇ ਲਾ ਕੇ ਉਹਨੂੰ ਪਾੜ ਕੇ ਉਹਨੂੰ ਇੰਨੀ ਬੁਰੀ ਤਰ੍ਹਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਜੇ ਉਹ ਹੁਣ ਉਹ ਇਸ਼ੂ ਜੇ ਵਿਗੜ ਜਾਂਦਾ ਤੇ ਕਿਹੜੇ ਪਾਸੇ ਨੂੰ ਜਾਣਾ? ਉਹਦਾ ਕੀ ਕਸੂਰ ਸੀ ਉਸ ਐਮਐਲਏ ਦਾ? ਫਿਰ ਕਹਿੰਦੇ ਅਸੀਂ ਹਿੰਸਕ ਨਹੀਂ ਹੈ, ਫਿਰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ। ਸਰਕਾਰ ਨੇ ਇੰਨੀ ਨਰਮੀ ਵਰਤੀ ਹੈ, ਜਦੋਂ ਕਿ 26 ਜਨਵਰੀ ਦੀ ਸਾਡੇ ਸਾਹਮਣੇ ਘਟਨਾ ਆਈ ਹੈ, ਫਿਰ ਵੀ ਸਰਕਾਰ ਨੇ ਨਰਮ ਰੁਖ ਦਿਖਾਉਂਦੇ ਹੋਏ ਕੋਈ ਇਹੋ ਜਿਹੀ ਉੱਥੇ ਸ਼ਕਤੀ ਦਾ ਪ੍ਰਯੋਗ ਨਹੀਂ ਕੀਤਾ, ਬਲ ਪ੍ਰਯੋਗ ਨਹੀਂ ਕੀਤਾ। ਸਿਰਫ ਪਿਆਰ ਨਾਲ ਸਮਝਾ ਕੇ ਕਿ ਸ਼ਾਇਦ ਸਾਡੇ ਕੁਝ ਵਰਗਲਾਏ ਹੋਏ ਲੋਕ ਨੇ, ਇਹਨਾਂ ਨੂੰ ਜੇ ਸਮਝਾਇਆ ਜਾਵੇ ਤੇ ਸਮਝ ਜਾਣ। ਪਰ ਅਸੀਂ ਹਟਦੇ ਹੀ ਨਹੀਂ ਗੇ ਪੰਗੇ ਲੈਣੋਂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਜਦੋਂ ਕੋਈ ਐਮਐਲਏ ਜਾਂਦਾ, ਐਮਪੀ ਜਾਂਦਾ, ਮੰਤਰੀ ਜਾਂਦਾ, ਉਹਦੇ ਤੇ ਕਦੀ ਪਥਰਾਵ ਹੋ ਜਾਂਦਾ, ਕਦੀ ਉਹਦੀਆਂ ਕੱਪੜੇ ਪਾੜ ਕੇ ਜਲੀਲ ਕਰਦੇ ਆ। ਇਹ ਕਿਹੜੇ ਪਾਸੇ ਚੱਲਿਆ ਪੰਜਾਬ ਅੱਜ ਦੇ ਸਮੇਂ ਦੇ ਵਿੱਚ?
ਢਿੱਲੋਂ ਸਾਹਿਬ ਵਾਇਲੈਂਸ ਨੂੰ, ਇਸ ਗੱਲ ਨੂੰ ਕੋਈ ਵੀ ਪਸੰਦ ਨਹੀਂ ਕਰੇਗਾ, ਸਾਰਿਆਂ ਨੇ ਕੰਡੈਮ ਵੀ ਕੀਤਾ ਹੈ। ਪਰ ਵੀ ਇਸ ਮਾਮਲੇ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਰੰਗਤ ਕਿਉਂ ਦਿੱਤੀ ਜਾ ਰਹੀ ਹੈ ਕਿ ਜੇ ਖਾਲਿਸਤਾਨੀ ਨੇ, ਇਹਦੇ ਪਿੱਛੇ ਜਿਹੜੇ ਪੰਜਾਬ ਜਿਹੜਾ ਅੰਦੋਲਨ ਚਲਾ ਰਿਹਾ ਹੈ, ਇਹ ਸਿੱਖ ਭਾਈਚਾਰੇ ਦਾ ਅੰਦੋਲਨ ਹੈ। ਇਸ ਮਾਮਲੇ ਨੂੰ ਕਹਿੰਦੇ ਕਿ ਭਾਜਪਾ ਹੀ ਧੱਕ ਰਹੀ ਹੈ ਇੱਧਰ ਨੂੰ, ਜਿਹਦੇ ਕਰਕੇ ਸਵਾਲ ਖੜਾ ਕੀਤਾ ਕਲੇਰ ਜੀ ਨੇ। ਸੰਧੂ ਸਾਹਿਬ, ਮੈਨੂੰ ਜਿੱਥੋਂ ਤੱਕ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਕਦੀ ਇਹੋ ਜਿਹੀ ਕੋਈ ਗੱਲ ਕੀਤੀ ਨਹੀਂ। ਇਹੋ ਆਪ ਹੀ ਬੋਲ ਕੇ ਦੇਖੋ ਜੀ, ਇਹ ਸਿੱਖ ਵਿਰੋਧੀ, ਦੇਖੋ ਜੀ ਇਹਨਾਂ ਨੇ ਖਾਲਿਸਤਾਨੀ ਕਹਿਤਾ, ਦੇਖੋ ਜੀ ਇਹਨਾਂ ਨੇ ਆਹ ਕਹਿਤਾ, ਖੁਦ ਹੀ ਪ੍ਰਚਾਰ ਇਹੋ ਜਿਹਾ ਕਰੀ ਜਾਂਦੇ ਨੇ। ਭਾਜਪਾ ਨੇ, ਪ੍ਰਧਾਨ ਮੰਤਰੀ ਨੇ, ਖੇਤੀਬਾੜੀ ਮੰਤਰੀ ਨੇ, ਰਾਜਨਾਥ ਸਿੰਘ ਨੇ, ਜਿਹੜੇ ਡਿਫੈਂਸ ਮਿਨਿਸਟਰ ਨੇ, ਸਾਡੇ ਜਿਹੜੇ ਪ੍ਰਵਕਤਾ ਬੁਲਾਰੇ ਅਫੀਸ਼ੀਅਲ ਨੇ, ਸਭ ਨੇ ਇੱਕ ਗੱਲ ਕਹੀ ਕਿ ਕਿਸਾਨ ਸਾਡੇ ਆਪਣੇ ਆ, ਕਿਸਾਨਾਂ ਨਾਲ ਸਾਡੀ ਪੂਰੀ ਹਮਦਰਦੀ ਹੈ, ਉਹਨਾਂ ਦੇ ਇਸ਼ੂਜ਼ ਜਿਹੜੇ ਆ ਉਹਨਾਂ ਨੂੰ ਰਿਜ਼ੋਲਵ ਕਰਨ ਲਈ ਸਰਕਾਰ ਬੈਠੀ ਹੈ। ਜੋ ਵੀ ਉਹਨੂੰ, ਪਰ ਇਹਨਾਂ ਨੇ ਉਹਨੂੰ ਜਾਣ ਕੇ ਉਹਨੂੰ ਸਿੱਖੀ ਨਾਲ ਜੋੜ ਕੇ ਰੰਗਤ ਦੇਤੀ। ਐਸੀਆਂ ਗੱਲਾਂ ਉੱਥੋਂ ਅੰਦੋਲਨ ਦੇ ਵਿੱਚੋਂ ਕੀਤੀਆਂ ਗਈਆਂ ਜਿਹੜੀਆਂ ਆਪਣੇ ਆਪ ਹੀ ਆਪ ਮੁਹਾਰੇ ਇਹਨੂੰ ਉਸ ਪਾਸੇ ਲੈ ਜਾਂਦੀਆਂ ਨੇ ਕਿ ਤੁਹਾਡੀ ਗੱਲ ਆ ਗਈ। ਅਲਟੀਮੇਟਲੀ ਤੁਸੀਂ ਸਿੱਖਾਂ ਦਾ ਨੁਕਸਾਨ ਕਰਾਉਣਾ, ਇਹੋ ਜਿਹੀਆਂ ਹਰਕਤਾਂ ਕਰਕੇ ਨਾ ਕਰੋ, ਪਰ ਇਹ ਹਟਦੇ ਨਹੀਂ ਸੀ, ਹਾਲੇ ਵੀ ਇਹਨਾਂ ਨੇ ਉਸ ਪਾਸੇ ਤੁਰੇ ਫਿਰਦੇ। ਥੈਂਕ ਯੂ ਢਿੱਲੋਂ ਸਾਹਿਬ। ਇਸ ਮੁੱਦੇ ਤੇ ਮੈਂ ਵਾਪਸ ਆਊਂਗਾ ਤੁਹਾਡੇ ਕੋਲ। ਡਾਕਟਰ ਸੋਤਾ, ਤੁਸੀਂ ਦੋਨਾਂ ਹੀ ਜਿਹੜੇ ਹੈਗੇ ਮਹਿਮਾਨਾਂ ਦੇ ਕਮੈਂਟ ਸੁਣੇ ਆ। ਇਸ ਵੇਲੇ ਜਿਹੜਾ ਮਾਹੌਲ ਬਣਿਆ, ਇਹ ਸਵਾਲ ਜਦੋਂ ਆ ਰਿਹਾ ਹੈ, SGPC ਨੇ ਮਤਾ ਕੀਤਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਕਿਉਂ ਸੁਰੱਖਿਅਤ ਹੈ, ਤੁਸੀਂ ਕਿਵੇਂ ਦੇਖਦੇ ਹੋ ਇਸ ਨਜ਼ਰੀਏ ਨੂੰ? ਦੇਖੋ, ਜਿੱਥੇ ਤੱਕ ਅਸੁਰੱਖਿਅਤ ਦੀ ਭਾਵਨਾ ਹੈਗੀ ਹੈ, ਉਹ ਮੈਨੂੰ ਲੱਗਦਾ ਇਹ ਤਾਂ ਕ੍ਰੀਏਟ ਕੀਤੀ ਜਾਂਦੀਆਂ ਨੇ। ਮੈਂ ਥੋੜਾ ਇਹਦੇ ਵਿੱਚ ਹਿਸਟੋਰੀਕਲ ਆਸਪੈਕਟ ਲਵਾਂਗੀ ਕਿ ਸੈਂਕੜੇ ਸਾਲ ਹਿੰਦੁਸਤਾਨ ਗੁਲਾਮ ਰਿਹਾ, ਕਦੇ ਮੁਗਲਾਂ ਦਾ, ਕਦੀ ਅੰਗਰੇਜ਼ਾਂ ਦਾ। ਉਹਦੇ ਵਿੱਚ ਵੀ ਸਾਡੀਆਂ ਅਜਿਹੀਆਂ ਹੀ ਤਾਕਤਾਂ ਕੰਮ ਕਰਦੀਆਂ ਰਹੀਆਂ ਜਿਹੜੀਆਂ ਕਿਸੇ ਜਾਤ ਦੇ ਨਾਂ ਤੇ, ਭਾਸ਼ਾ ਦੇ ਨਾਂ ਤੇ, ਧਰਮ ਦੇ ਨਾਂ ਤੇ ਲੋਕਾਂ ਨੂੰ ਵਰਗਲਾ ਕੇ, ਉਹਨਾਂ ਨੂੰ ਮਿਸਗਾਈਡ ਕਰਕੇ, ਉਹ ਇਸ ਤਰ੍ਹਾਂ ਕਰਕੇ ਜਿਹੜੇ ਵਖਰੇਵਿਆਂ 'ਚ ਲਿਆ ਕੇ ਨੁਕਸਾਨ ਹੁੰਦਾ ਰਿਹਾ। ਮੈਨੂੰ ਲੱਗਦਾ ਕਿ ਦੇਖੋ, ਸਾਡੀ ਵੀ ਇੰਨੀ ਉਮਰ ਹੋ ਗਈ ਹੈ, ਜਿੰਨਾ ਅਸੀਂ ਮਤਲਬ ਵਿਚਰਦੇ ਹੈਗੇ ਆ, ਕਿਧਰੇ ਵੀ ਜਾਤ, ਬਰਾਦਰੀ, ਧਰਮ ਦਾ ਆਮ ਪਬਲਿਕ ਦੇ ਵਿੱਚ ਕੋਈ ਨਾ ਵਖਰੇਵਾ, ਨਾ ਉਹਨਾਂ 'ਚ ਕੋਈ ਭਰਮ ਭੁਲੇਖਾ, ਨਾ ਕੋਈ ਵੈਰ ਵਿਰੋਧ ਹੈ। ਇਹ ਜਿਹੜੀਆਂ ਰਾਜਨੀਤਿਕ ਤਾਕਤਾਂ ਨੇ, ਉਹ ਆਪਣੇ ਜਾਤੀ ਮਫਾਦ ਵਾਸਤੇ, ਆਪਣੀ ਕੁਰਸੀ ਨੂੰ ਕਾਇਮ ਰੱਖਣ ਦੇ ਵਾਸਤੇ, ਆਪਣੇ ਵੱਲ ਲੋਕਾਂ ਨੂੰ ਗੁੰਮਰਾਹ ਕਰਕੇ ਖਿੱਚਣ ਦੇ ਵਾਸਤੇ ਅਜਿਹੀਆਂ ਗੱਲਾਂ ਕਰਦੀਆਂ ਨੇ। ਕਦੇ ਪੰਥ ਨੂੰ ਖਤਰਾ ਹੈ, ਕਦੇ ਫਲਾਣੇ ਧਰਮ ਨੂੰ ਖਤਰਾ, ਕਦੇ ਕਿਸੇ ਜਾਤ ਨੂੰ ਖਤਰਾ ਹੈ। ਇਹ ਜਿਹੀਆਂ ਗੱਲਾਂ ਜਿਹੜੀਆਂ ਨੇ ਲੋਕੀ ਸਮਝ ਰਹੇ ਨੇ, ਜਨਤਾ ਨੂੰ ਅੱਜ ਸਮਝ ਆ ਰਹੀ ਹੈ ਨਾ ਸਾਰੀਆਂ ਚੀਜ਼ਾਂ ਦੀ। ਹੁਣ ਮੈਨੂੰ ਨਹੀਂ ਲੱਗਦਾ ਕਿ ਇਹ ਜਿੰਨਾ ਮਰਜ਼ੀ ਉੱਪਰ ਨੀਚੇ ਕਰ ਲੈਣ ਕੋਈ ਗੁੰਮਰਾਹ ਹੋਏਗਾ। ਰਹੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ, ਇਹਦੇ ਪਿੱਛੇ ਵੀ ਅਗਰ ਆਪਾਂ ਨਿਰਪੱਖ ਹੋ ਕੇ ਸਾਰੇ ਸੋਚੀਏ, ਜਿੰਨੇ ਵੀ ਬੁਲਾਰੇ ਨੇ ਜਾਂ ਜਿੰਨੇ ਵੀ ਚੈਨਲਸ ਨੇ, ਨਿਰਪੱਖ ਹੋ ਕੇ ਸੋਚੀਏ ਤਾਂ ਉਹਦੇ ਵਿੱਚ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਮਿਸਗਾਈਡ ਕਰਕੇ ਇਹ ਆਪਣੇ ਪਰਸਨਲ ਜਿਹੜੇ ਆ ਮਫਾਦ, ਜਿਹੜੇ ਆਪਣੇ ਪਰਸਨਲ ਜਿਹੜੇ ਇੰਟਰਸਟ ਨੇ, ਵੈਸਟਰਨ ਇੰਟਰਸਟ ਨੇ, ਉਹਨਾਂ ਨੂੰ ਸਰਵ ਕਰਨ ਦੀਆਂ ਇਹ ਚਾਲਾਂ ਨੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਬਿਲਕੁਲ ਢਿੱਲੋਂ ਸਾਹਿਬ ਨੇ ਠੀਕ ਕਿਹਾ ਕਿ ਨੁਕਸਾਨ ਹੁੰਦਾ, ਲੇਕਿਨ ਨੁਕਸਾਨ ਕੌਣ ਕਰ ਰਿਹਾ ਹੈ, ਕਿਹਦੇ ਵੱਲੋਂ ਹੋ ਰਿਹਾ ਹੈ? ਕੋਈ ਜਨਤਾ ਕਰ ਰਹੀ ਹੈ, ਕੋਈ ਆਮ ਬੰਦਾ ਕਰ ਰਿਹਾ ਹੈ? ਕੋਈ ਨਹੀਂ ਕਰ ਰਿਹਾ। ਲੇਕਿਨ ਇਹ ਜਿਨ੍ਹਾਂ ਦੇ ਹੱਥ ਵਿੱਚ ਦੇਸ਼ ਦੀ ਵਾਗਡੋਰ ਹੈ, ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਕਰਨਾ, ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਠੀਕ ਗਾਈਡ ਕਰਨਾ, ਵੈਲਫੇਅਰ ਉਹਦੀਆਂ ਸੋਚਣੀਆਂ ਨੇ, ਉਹੀ ਇਸ ਪਾਸੇ ਦੂਸਰੇ ਪਾਸਿਓਂ ਲਿਜਾ ਕੇ ਲੋਕਾਂ ਨੂੰ ਇਸ ਪਾਸੇ ਲਗਾ ਰਹੀਆਂ ਨੇ। ਇਹ ਕਿਤੇ ਨਾ ਕਿਤੇ ਝਗੜੇ ਕਰ ਦਿੱਤੇ, ਕੁਝ ਕਰ ਦਿੱਤਾ। ਇਹ ਆਮ ਲੋਕ ਬਿਲਕੁਲ ਨਹੀਂ ਕਰ ਰਹੇ, ਨਾ ਲੋਕਾਂ ਦਾ ਇੰਟਰਸਟ ਹੈ, ਨਾ ਲੋਕਾਂ ਵਿੱਚ ਫਰਕ ਹੈ, ਤਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਸਾਰੀਆਂ ਚੀਜ਼ਾਂ। ਓਕੇ ਡਾਕਟਰ ਸਾਹਿਬ, ਇੱਕ ਸਪੈਸੀਫਿਕ ਸਵਾਲ ਅੱਗੇ ਡਾਕਟਰ ਸਾਹਿਬ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਪੈਸੀਫਿਕ ਕੁਐਸਚਨ ਇਸ ਮੁੱਦੇ ਤੇ, ਕੀ ਤੁਹਾਨੂੰ ਲੱਗਦਾ ਹੈ ਚਾਹੇ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕੀਤਾ ਹੈ, ਚਾਹੇ ਹੁਣ ਆਪਾਂ ਭਾਜਪਾ ਦੀ ਗੱਲ ਕਰ ਲਈਏ, ਜਿਹਦਾ ਦੋਨਾਂ ਬੁਲਾਰਿਆਂ ਨੇ ਕਿਹਾ, ਤੁਹਾਡਾ ਨਜ਼ਰੀਆ ਹੈ ਕਿ ਵੀ ਇਹ ਸਾਰਾ ਕੁਝ ਪੋਲੀਟੀਕਲ ਮਫਾਦ ਦੇ ਲਈ ਕੀਤਾ ਜਾ ਰਿਹਾ, ਆਮ ਲੋਕਾਂ 'ਚ ਕੋਈ ਇਸ ਦਾ ਅਸਰ ਨਹੀਂ ਹੈ? ਬਿਲਕੁਲ ਨਹੀਂ ਹੈ ਜੀ। ਮੈਂ ਦੇਖੋ, ਮੈਂ ਆਪਣਾ ਪਰਸਨਲ ਓਪੀਨੀਅਨ ਦੇ ਸਕਦੀ ਹਾਂ। ਜਿਸ ਤਰ੍ਹਾਂ ਮਤਾ ਪਾਸ ਕੀਤਾ ਹੈ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦਾ ਕੋਈ ਸਮਾਰਕ ਬਣਾਉਣ ਦੀ ਗੱਲ ਆ ਰਹੀ ਹੈ, ਜਿਹੜਾ ਸਟੈਚੂ ਬਣਾਉਣਾ ਜਾਂ ਕੋਈ ਵੀ ਬੁੱਤ ਲਗਾਉਣਾ,
ਉਹ ਸਿੱਖੀ ਸਿਧਾਂਤਾਂ ਦੇ ਉਲਟ ਹੈਗਾ। ਉਹ ਕਿਧਰੇ ਵੀ ਗੁਰੂ ਸਾਹਿਬ ਨੇ ਤਾਂ ਮਾਨਵਤਾ ਦਾ ਸਿਧਾਂਤ ਦਿੱਤਾ। ਉਹਨਾਂ ਨੇ ਤਾਂ ਕਿਹਾ ਕਿ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਉਹਨਾਂ ਨੇ ਕਿਹਾ ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ। ਹਾਂਜੀ, ਕਿਆ ਜਾਣੇ ਕਿਛ ਹਰ ਕੀਆ ਭਇਓ ਕਬੀਰ ਕਬੀਰ। ਉਸ ਚੀਜ਼ ਨੂੰ ਲੈ ਕੇ ਮਨੁੱਖਤਾ ਨੂੰ ਇੱਕ ਲੜੀ ਵਿੱਚ ਜੋੜਨ ਦੇ, ਮਨੁੱਖਤਾ ਨੂੰ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦੇ ਕੇ ਉਸ ਨੂੰ ਉੱਚੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਉਸ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਬਿਲਕੁਲ ਟੁਕਦਾ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ। ਸੋ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਵਿੱਚ ਕ੍ਰੀਏਟ ਕਰਕੇ, ਭਰਮ ਪੈਦਾ ਕਰਕੇ ਲੋਕਾਂ ਨੂੰ ਅਸਲੀ ਰਾਹ ਤੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਜੀ ਥੈਂਕ ਯੂ ਡਾਕਟਰ ਸਾਹਿਬ। ਸਰਕਾਰਾਂ ਨੂੰ, ਰਾਜਨੇਤਾਵਾਂ ਨੂੰ ਕਰਨਾ ਚਾਹੀਦਾ, ਉਹ ਕਰਦੇ ਨਹੀਂ। ਉਹ ਸਿਰਫ ਕੁਰਸੀ ਦੀ ਲੱਤ ਫੜ ਕੇ ਆਪਣਾ ਧਿਆਨ ਰੱਖਦੇ ਨੇ। ਓਕੇ ਢਿੱਲੋਂ ਸਾਹਿਬ, ਮੈਂ ਆ ਰਿਹਾ ਤੁਹਾਡੇ ਵੱਲ। ਤੁਸੀਂ ਆਪਣੇ ਮੁੱਦੇ ਤੇ ਕੋਈ ਗੱਲ ਕਹਿਣਾ ਚਾਹੁੰਦੇ ਢਿੱਲੋਂ ਜੀ? ਮੈਂ ਇੱਕ ਛੋਟੀ ਜਿਹੀ ਗੱਲ ਬੀਬਾ ਜੀ ਦੀ ਗੱਲ ਦੇ ਵਿੱਚੋਂ ਨਿਕਲੀ ਹੈ, ਮੈਂ ਤਾਂ ਥੋੜਾ ਜਿਹਾ ਵਿੱਚ ਐਡ ਕਰਦੇ ਹਾਂ। ਕਿਸੇ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੋਈ ਚੀਜ਼ ਖੋਈ ਤਾਂ ਨਹੀਂ ਗੀ, ਉਲਟਾ ਇੱਕ ਇਹ ਸੋਚ ਰੱਖੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਸਮਾਗਮ, ਜਿਹੜੀ ਸ਼ਤਾਬਦੀ ਮਨਾਈ ਜਾਣੀ ਹੈ, ਉਹਦੇ ਵਿੱਚ ਕੋਈ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਕੋਈ ਸਮਾਰਕ ਬਣਾਇਆ ਜਾਵੇ। ਹੁਣ ਇੱਕ ਤਜਵੀਜ਼ ਆਉਂਦੀ ਹੈ, ਕਿਸੇ ਨੇ ਆਪਣੀ ਸੋਚ ਦੇ ਹਿਸਾਬ ਨਾਲ ਕਿਸੇ ਨੇ ਤਜਵੀਜ਼ ਰੱਖ, ਉਹਨਾਂ ਦਾ ਸਟੈਚੂ ਬਣਾਇਆ ਜਾਵੇ। ਕਿਸੇ ਨੇ ਤਜਵੀਜ਼ ਰੱਖੀ ਕਿ ਇੱਥੇ ਕੋਈ ਸਮਾਰਕ, ਇਸ ਤਰ੍ਹਾਂ ਦਾ ਹਿਸਟੋਰੀਕਲ ਮੋਨੂਮੈਂਟ ਬਣਾਇਆ ਜਾਵੇ। ਤਜਵੀਜ਼ ਆਈ, ਠੀਕ ਹੈ, ਅਸੀਂ ਇਹ ਦੱਸ ਸਕਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਬੁੱਤ ਪ੍ਰਸਤੀ ਨੂੰ ਅਸੀਂ ਨਹੀਂ ਮੰਨਦੇ, ਸਟੈਚੂ ਨੂੰ ਨਹੀਂ ਮੰਨਦੇ। ਤੁਸੀਂ ਇਹ ਸਟੈਚੂ ਨਾ ਬਣਾਇਓ, ਇਹਦੀ ਜਗ੍ਹਾ ਤੇ ਇਹ ਨਹੀਂ, ਆਹ ਕਰ ਲਓ, ਇਹ ਗੱਲ ਆਪਾਂ ਕਰ ਸਕਦੇ ਹਾਂ। ਪਰ ਅਸੀਂ ਐਵੇਂ ਨਹੀਂ ਕਹਿੰਦੇ। ਸਾਡੇ ਲੀਡਰ ਇੱਥੇ ਕੀ ਕਹਿੰਦੇ ਨੇ ਜੀ, ਅਸੀਂ ਵਿਰੋਧ ਕਰਦੇ ਹਾਂ, ਅਸੀਂ ਇਹਦਾ ਮੁਖਾਲਫਤ ਕਰਦੇ ਹਾਂ, ਅਸੀਂ ਇਹਦਾ। ਕਿਉਂ ਭਾਈ? ਕੋਈ ਚੀਜ਼ ਖੋਈ ਨਹੀਂ ਹੈ। ਇੱਕ ਸ਼ਰਧਾ ਪ੍ਰਗਟਾਈ ਗਈ ਹੈ ਗੁਰੂ ਤੇਗ ਬਹਾਦਰ ਜੀ ਵਾਸਤੇ, ਪੂਰੇ ਦੇਸ਼ ਦੀ ਸ਼ਰਧਾ ਹੈ। ਜੇ ਉਹਨਾਂ ਨੇ ਇੱਕ ਤਜਵੀਜ਼ ਰੱਖੀ, ਤੁਸੀਂ ਦੂਜੀ ਤਜਵੀਜ਼ ਰੱਖ ਦਿਓ ਵੀ ਇਹਦੀ ਜਗ੍ਹਾ ਹੈਨਾ। ਪਰ ਇਹ ਕਹਿਣ ਦੀ ਬਜਾਏ ਕਿ ਆਪਾਂ ਐਵੇਂ ਨਹੀਂ ਐਵੇਂ ਕਰ ਲਈਏ, ਇਹ ਕਹਿਣ ਲੱਗ ਜਾਣਾ ਕਿ ਅਸੀਂ ਤਾਂ ਇੱਕ ਮੁਖਾਲਫਤ ਕਰਦੇ ਹਾਂ, ਪਤਾ ਨਹੀਂ ਸਿੱਖਾਂ ਦੇ ਵਿਰੋਧ ਹੋ ਗਿਆ। ਏਦਾਂ ਦਾ ਨਹੀਂ ਹੈ ਭੈਣ ਜੀ, ਬਿਲਕੁਲ ਵੀ। ਸੋ ਮੈਂ ਇਹ ਚਾਹੁੰਦਾ ਵੀ ਕੁਝ ਬੁੱਧੀਜੀਵੀ ਸਮਝਣ ਇਸ ਚੀਜ਼ ਨੂੰ। ਜੀ ਥੈਂਕ ਯੂ ਵੈਰੀ ਮਚ ਕਰੇ ਜੀ। ਐਕਸਕਿਊਜ਼ ਮੀ, ਇਹ ਤਜਵੀਜ਼ ਕਿੱਥੋਂ ਆਈ? ਮੇ ਆਈ ਨੋ, ਤਜਵੀਜ਼ ਕਿੱਥੋਂ ਆਈ? ਤੁਸੀਂ ਇਸ ਤੇ ਰੋਸ਼ਨੀ ਪਾ ਸਕਦੇ ਹੋ? ਤਜਵੀਜ਼ ਜਿਹੜੀ ਹੈ, ਜਦੋਂ ਕਮੇਟੀਆਂ ਬੈਠਦੀਆਂ ਨੇ, ਕੋਈ ਆਫੀਸਰਸ ਹੁੰਦੇ ਨੇ, ਕੋਈ ਦੂਜੇ ਇਹੋ ਜਿਹੇ ਬੰਦੇ ਹੁੰਦੇ ਨੇ, ਉਹ ਰੱਖਦੇ ਵੀ ਕੀ ਕੀਤਾ ਜਾ ਸਕਦਾ ਹੈ। ਕੋਈ ਮੀਟਿੰਗ ਦੇ ਵਿੱਚ ਗੱਲ ਆਉਂਦੀ ਹੈ, ਕਿਸੇ ਨੇ ਆਹ ਸੁਝਾਅ ਦੇ ਦਿੱਤਾ, ਕਿਸੇ ਨੇ 20 ਸੁਝਾਅ ਦੇ ਦਿੱਤਾ, ਕਿਸੇ ਨੇ 30 ਸੁਝਾਅ ਦੇ ਦਿੱਤਾ। ਏਦਾਂ ਉਹਦੇ ਵਿੱਚ ਇੱਕ ਸੁਝਾਅ ਆ ਗਿਆ, ਤੁਹਾਡੇ ਸਾਹਮਣੇ ਆ ਗਿਆ। ਆਪਾਂ ਠੀਕ ਹੈ, ਅਸੀਂ ਉਸ ਗੱਲ ਨੂੰ ਮੈਂ 100% ਤੁਹਾਡੀ ਗੱਲ ਨਾਲ ਐਗਰੀ ਕਰਦਾ ਪਿਆ। ਸਾਡੇ ਬੁੱਤ ਪ੍ਰਸਤੀ ਨੂੰ ਅਸੀਂ ਨਹੀਂ ਮੰਨਦੇ, ਨਾ ਅਸੀਂ ਉਹਦੇ ਵਿੱਚ ਜਾਣਾ। ਸਿੱਖ ਧਰਮ ਦੇ ਵਿੱਚ ਅਲਾਉਡ ਨਹੀਂ। ਉਹ ਤੇ ਇਹ ਕਹਿੰਦੇ ਕਿ ਇਹਦੀ ਜਗ੍ਹਾ ਤੇ ਆਹ ਕਰ ਲਿਆ ਜਾਵੇ। ਸਰਕਾਰ ਦੀ ਇੱਛਾ ਕੋਈ ਦੇ ਨਾਲ ਹੈ ਨਾ ਕਿ ਅਸੀਂ ਇਹ ਕਰਨਾ ਚਾਹੁੰਦੇ, ਮਨਾਉਣਾ ਚਾਹੁੰਦੇ ਹਾਂ। ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਗੱਲ ਆਉਂਦੀ ਹੈ ਤਾਂ ਵੀ ਅਸੀਂ ਵਿਰੋਧ ਕਰਨ ਲੱਗ ਜਾਂਦੇ ਹਾਂ। ਸਰਕਾਰ ਬੜੇ ਮੈਂ ਇਸ ਮੁੱਦੇ ਤੇ ਵਾਪਸ ਆਵਾਂਗਾ। ਢਿੱਲੋਂ ਸਾਹਿਬ ਵਾਪਸ ਆਣਾ ਪਲੀਜ਼, ਤੁਹਾਡੇ ਵੱਲ ਵਾਪਸ ਆਣਾ। ਕਲੇਰ ਜੀ ਬਾਰ-ਬਾਰ ਆਪਣੀ ਗੱਲ ਦੇ ਉੱਤੇ ਸਟ੍ਰੈਸ ਕਰ ਰਹੇ, ਆਪਣੀ ਗੱਲ ਕਹਿਣਾ ਚਾਹੁੰਦੇ। ਹਾਂਜੀ ਕਲੇਰ ਜੀ। ਨਹੀਂ, ਮੈਨੂੰ ਜਗਤਾਰ ਜੀ ਬੜੀ ਹੈਰਾਨੀ ਹੈ ਕਿ ਢਿੱਲੋਂ ਸਾਹਿਬ ਇਹ ਗੱਲ ਕਹਿੰਦੇ ਕਿ ਇੱਕ ਤਜਵੀਜ਼ ਆ ਗਈ, ਉੱਥੇ ਸਰਕਾਰਾਂ ਇੱਦਾਂ ਕੰਮ ਕਰਦੀਆਂ ਹੁੰਦੀਆਂ ਨੇ। ਅਗਰ ਹੁਣ ਕੇਂਦਰ ਦੀ ਸਰਕਾਰ ਜਿਹੜੀ ਸਾਰੇ ਭਾਰਤ ਦੀ ਕਸਟੋਡੀਅਨ ਹੈ, ਉਹਨੂੰ ਇਹੀ ਨਹੀਂ ਪਤਾ ਕਿ ਭਾਰਤ ਦੇ ਵਿੱਚ ਕਿਸ ਧਰਮ ਦੀਆਂ ਕੀ ਪਰੰਪਰਾਵਾਂ ਨੇ, ਉਹ ਧਰਮ ਦੇ ਵਿੱਚ ਕੀ ਮਾਨਤਾਵਾਂ ਨੇ। ਔਰ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਕੋਈ ਐਸੀ ਗੱਲ ਕਰਦੇ ਆ, ਮੈਂ ਤਾਂ ਢਿੱਲੋਂ ਸਾਹਿਬ ਨੂੰ ਇਹ ਗੱਲ ਕਹੂੰਗਾ, ਫਿਰ ਇਹ ਹਵਾਈ ਗੱਲਾਂ ਕਿਉਂ ਨੇ? ਤੁਸੀਂ ਉੱਥੋਂ ਰਿਪਰੈਜ਼ੈਂਟੇਟਿਵਾਂ ਨਾਲ ਕਿਉਂ ਨਹੀਂ ਗੱਲ ਕੀਤੀ? ਸਰਕਾਰ ਦਾ ਕੰਮ ਹੁੰਦਾ ਹੈ ਕਿ ਜਦੋਂ ਅਗਰ ਤੁਸੀਂ, ਬੜੀ ਚੰਗੀ ਗੱਲ ਹੈ ਕਿ ਸਰਕਾਰ ਇਹਨੂੰ ਪ੍ਰਕਾਸ਼ ਦਿਹਾੜੇ ਨੂੰ ਮਨਾਉਣਾ ਚਾਹੁੰਦੀ ਸੀ, ਪਰ ਉੱਥੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈਗੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ, ਹੋਰ ਲੱਖਾਂ ਸਿੱਖ ਵਿਦਵਾਨ ਨੇ ਹਿੰਦੁਸਤਾਨ ਦੇ ਵਿੱਚ, ਤੁਸੀਂ ਉਹਨਾਂ ਦੀ ਕੋਈ ਕਮੇਟੀ ਬਣਾ ਲਓ। ਕੀ ਸਰਕਾਰਾਂ, ਅੱਜ ਮੈਂ ਕਹਿੰਦਾ ਕਿ ਮੈਂ ਇੱਕ ਫੋਟੋ ਲਾਉਣੀ ਚਾਹੁੰਦਾ, ਮੈਂ ਫੋਟੋ ਤੇ ਲਿਖ ਦੂੰਗਾ ਲੇਟ ਪ੍ਰਧਾਨ ਮੰਤਰੀ ਮੋਦੀ। ਮੈਨੂੰ ਤਾਂ ਪਤਾ ਨਹੀਂ ਸੀਗਾ ਕੀ ਲਿਖ ਸਕਦਾ ਕੋਈ ਬੰਦਾ। ਇਹਦੀ ਤਾਂ ਆਪਣੀ ਸੋਝੀ ਕੰਮ ਕਰਦੀ ਹੈ। ਸੋ ਕਿਤੇ ਨਾ ਕਿਤੇ ਇਸ ਗੱਲਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਕੋਈ ਛੋਟੀ ਗੱਲ ਨਹੀਂ। ਤੁਸੀਂ ਬੁੱਤ ਪੂਜਾ ਤੁਸੀਂ ਢਿੱਲੋਂ ਸਾਹਿਬ ਆਪ ਸਿੱਖੋ, ਬੁੱਤ ਪੂਜਾ ਸਿੱਖੀ ਦੇ ਵਿੱਚ ਕਿਤੇ ਹੈਗੀ ਹੈ ਤਾਂ ਬੱਚੇ ਨੂੰ ਪਤਾ। ਸਾਡੇ ਪਹਿਲਾਂ ਕਲੀਅਰ ਕਰ ਚੁੱਕਾ ਇਹ ਗੱਲ। ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਇਹ ਗੱਲ ਕਲੀਅਰ ਬੋਲੀ ਹੈ। ਮੈਂ ਹਰ ਚੀਜ਼ ਨੂੰ ਤੁਸੀਂ ਨਾ ਆਪਣੇ ਤਰੀਕੇ ਦੇ ਨਾਲ ਪਹਿਲਾਂ ਗਲਤੀ ਕਰਦੇ ਹੋ,
ਫਿਰ ਉਹਨੂੰ ਭੋਲੇ ਜਿਹੇ ਬਣ ਕੇ ਜਿਹੜੀ ਡਿਫਾਈਨ ਕਰਨ ਦੀ ਬੀਜੇਪੀ ਦੀ ਕੋਸ਼ਿਸ਼ ਹੈ, ਇਹਨੂੰ ਬੰਦ ਕਰੋ। ਔਰ ਸ਼ਾਇਦ ਤਾਂ ਹੀ ਹੈ ਅੱਜ ਅੱਕ ਕੇ ਸਾਨੂੰ ਜੀ ਢਿੱਲੋਂ ਸਾਹਿਬ ਕਮੈਂਟਸ ਕਰ ਰਹੇ ਹੋ ਢਿੱਲੋਂ ਸਾਹਿਬ ਠੀਕ ਨਹੀਂ ਕਲੀਅਰ ਹੈ ਸਾਹਿਬ ਤੁਹਾਡੇ ਕਹਿਣ ਤੋਂ ਜੀ, ਢਿੱਲੋਂ ਪਹਿਲਾਂ ਸਾਹਿਬ। ਮੈਂ ਇਹ ਗੱਲ ਕਲੀਅਰ ਸ਼ਬਦਾਂ ਦੇ ਵਿੱਚ ਬੋਲੀ ਹੈ ਕਿ ਸਿੱਖ ਧਰਮ ਬੁੱਤ ਪ੍ਰਸਤੀ ਨੂੰ ਨਹੀਂ ਮੰਨਦਾ, ਬੁੱਤ ਪੂਜਾ ਨੂੰ ਨਹੀਂ ਮੰਨਦਾ, ਨਾ ਸਟੈਚੂ ਬਾਰੇ ਸੋਚਦਾ। ਇਹ ਗੱਲ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਕਲੀਅਰ ਬੋਲੀ ਹੈ। ਸਾਹਿਬ ਪਰ ਜਿਹੜੇ ਉੱਪਰ ਬੈਠੇ ਲੋਕ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਨਾ ਗੱਲ। ਇਹ ਗੱਲਾਂ ਕੋਈ ਇਸ ਤਰੀਕੇ ਨਾਲ ਚੱਲਦੀਆਂ ਨੇ ਢਿੱਲੋਂ ਸਾਹਿਬ, ਦੱਸੋ ਮੈਨੂੰ ਤੁਸੀਂ ਇਹ ਗੱਲਾਂ ਇਸ ਤਰੀਕੇ ਦੇ ਨਾਲ ਚੱਲਦੀਆਂ ਨੇ ਕਿਤੇ? ਮੈਂ ਦੱਸਦਾ ਤੁਹਾਨੂੰ ਇਹ ਵੀ ਦੱਸ ਦੇਣਾ ਢਿੱਲੋਂ ਸਾਹਿਬ, ਮੈਂ ਇਹ ਵੀ ਦੱਸ ਦੇਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਜ਼ਿਸ਼ ਹੈ, ਹੁਣ ਉਹਨੂੰ ਗਲਤੀ ਦੀ ਇੱਕ ਮਿੰਟ ਸੁਣ ਲਓ। ਸਾਜ਼ਿਸ਼ ਮੈਂ ਦੱਸਦਾ ਕੀ ਹੈ, ਠੀਕ ਆ। ਉਹ ਗੱਲ ਹੋ ਗਈ ਜਿਹੜੀ ਪਹਿਲਾਂ ਮੈਂ ਉਹਨੂੰ ਰਿਪੀਟ ਨਹੀਂ ਕਰਦਾ, ਪਰ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਜਿਹੜੀ ਸੰਸਥਾ ਆਪਣੀ ਹੈਗੀ ਕਮੇਟੀ ਜੀ, ਉਹ ਕੀ ਕਰਦੀ ਪਈ ਸੀਗੀ ਪਿਛਲੇ ਕੁਝ ਦਿਨ ਪਹਿਲਾਂ? ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਾ ਕੇ ਪੋਲੀਟੀਕਲ ਹੇਟ ਸਪੀਚ ਕੀਤੀ ਸਰ ਤੁਹਾਡੇ ਮਨਜਿੰਦਰ ਸਿੰਘ ਸੱਤਾ ਨੇ। ਪੋਲੀਟੀਕਲ ਹੇਟ ਸਪੀਚ ਕੀਤੀ ਉੱਥੇ ਸਾਰੇ ਸਿੱਖਾਂ ਨੂੰ ਇੰਨੀ ਬੁਰੀ ਤਰ੍ਹਾਂ ਉਹਨਾਂ ਨੇ ਜਿਹੜਾ ਇੱਕ ਨਹੀਂ ਮੈਂ ਇਹ ਗੱਲ ਕਰਨੀ ਚਾਹੁੰਦਾ ਸੀਗਾ, ਮੈਨੂੰ ਉਦੋਂ ਦਾ ਕੋਈ ਮੌਕਾ ਨਹੀਂ ਮਿਲਿਆ। ਤੁਸੀਂ ਇੰਨਾ ਗੁੰਮਰਾਹ ਕਰਦੇ ਪਏ ਸਿੱਖਾਂ ਨੂੰ। ਏਦਾਂ ਗੱਲ ਨਹੀਂ ਹੋਣੀ ਯਾਰ ਮੈਨੂੰ ਇੱਕ ਗੱਲ ਦੱਸੋ, ਗੁਰੂ ਨਾਨਕ ਦੇਵ ਜੀ ਦਾ ਅਗਰ ਢਿੱਲੋਂ ਸਾਹਿਬ ਗੱਲ ਸੁਣ ਲਓ, ਅਗਰ ਤੁਸੀਂ ਦੂਜੇ ਪਾਸੇ ਨੂੰ ਚੱਲ ਪਏ ਹੇਟ ਸਪੀਚ, ਤਾਂ ਫਿਰ ਇਸ ਕਾਲਮ ਦੇ ਵਿੱਚ ਜਦੋਂ ਹੇਟ ਸਪੀਚ ਦਾ ਕਾਲਮ ਲਿਖਿਆ ਜਾਂਦਾ ਨਾ, ਤਾਂ ਕਿਸੇ ਕੋਲੇ ਸਭ ਤੋਂ ਵੱਧ 골ਡ ਮੈਡਲ ਨੇ, ਫਿਰ ਉਹ ਬੀਜੇਪੀ ਦਾ ਨਾਂ ਉੱਪਰ ਆ ਜਾਣਾ। ਫਿਰ ਕੋਈ ਫਾਇਦਾ ਨਹੀਂ। ਆਪਾਂ ਟੌਪਿਕ ਦੇ ਉੱਤੇ ਰਹੀਏ, ਆਪਾਂ ਗੱਲ ਤੁਹਾਡੀ ਗੱਲ ਆ ਗਈ ਜੀ। ਢਿੱਲੋਂ ਸਾਹਿਬ ਆਪਣੀ ਗੱਲ ਕਰੀ ਜਾਊਗੀ। ਤੋਂ ਲੈ ਕੇ ਆਰਐਸਐਸ ਤੋਂ ਲੈ ਕੇ ਸਾਰੇ ਕਮੈਂਟ ਕਰਨਾ ਪਊ ਜਿਹੜਾ ਮੈਂ ਨਹੀਂ ਗੱਲ ਸੁਣ ਲਓ। ਕਲੀਅਰ ਸਾਹਿਬ ਗੱਲ ਸੁਣ ਲਓ। ਜੋ ਚੱਲਦੀ ਹੈ ਦੋਨਾਂ ਮਹਿਮਾਨਾਂ ਦੇ ਵਿਊ ਪੁਆਇੰਟ ਆਉਣਗੇ। ਇੱਕ ਸੈਕਿੰਡ, ਟੌਪਿਕ ਇਹ ਹੈ ਕਿ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਥੋੜੇ ਦਿਨ ਪਹਿਲਾਂ ਕਦੀ ਸਟੇਜ ਬਾਹਰ ਉਹ ਹੋਵੇ, ਕੋਈ ਮੇਲਾ ਹੋਵੇ, ਕੁਛ ਹੋਵੇ, ਉੱਥੇ ਕੁਝ ਬੋਲੀ ਜਾਓ, ਪੋਲੀਟੀਕਲ ਸਟੇਜ ਹੋਵੇ, ਕੁਝ ਵੀ ਬੋਲੀ ਜਾਓ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇਹੋ ਜਿਹੀਆਂ ਗੱਲਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੀਤੀਆਂ ਜਿਹੜੀਆਂ ਕਦੀ ਆਮ ਸਟੇਜ ਤੋਂ ਨਹੀਂ ਹੋ ਸਕਦੇ। ਤੁਸੀਂ ਛੋਟੇ ਕੇ ਦੇਖ ਲਓ ਦੁਬਾਰਾ ਉਹਨਾਂ ਨੇ ਕੀ ਬੋਲਿਆ, ਔਰ 1 ਘੰਟੇ ਤੋਂ ਵੱਧ ਉਹ ਬੋਲੇ ਨੇ। ਮੈਂ ਉਧਰ ਪੀਟੀਸੀ ਦੇ ਉੱਤੇ ਪੂਰਾ ਲਾਈਵ ਦੇਖ ਰਿਹਾ। ਮੈਨੂੰ ਲੱਗਦਾ ਸੀ ਮਨਜਿੰਦਰ ਸਿੰਘ ਸਿਰਸਾ ਸਿਆਣਾ ਬੰਦਾ, ਉਹਦਾ ਕੋਈ ਮੈਨੂੰ ਲੱਗਦਾ ਸੀ ਮਨਜਿੰਦਰ ਸਿੰਘ ਸਿਰਸਾ ਸਿਆਣਾ ਬੰਦਾ, ਚੰਗੀ ਗੱਲ ਕਰੇਗਾ। ਮੈਂ ਪੂਰੀ ਲਾਈਵ ਉਹਨਾਂ ਦੀ ਵੇਖੀ। ਮੈਨੂੰ ਇੱਕ ਉਹਨਾਂ ਨੇ ਕੋਈ ਢੰਗ ਦੀ ਗੱਲ ਨਹੀਂ ਕੀਤੀ ਉੱਥੇ, ਸਵਾਏ ਸਰਕਾਰ ਦੇ ਖਿਲਾਫਤ ਕਰਨ ਦੇ ਗੁਰਦੁਆਰਾ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਹੜੇ ਪਾਸੇ ਲੱਗੇ ਹੋ? ਰਾਜਨੀਤੀ ਕਰਨ ਲਈ ਤੁਸੀਂ ਗੁਰੂ ਸਾਹਿਬ ਨੂੰ ਵੀ ਛੱਡਿਆ। ਤੁਸੀਂ ਜਿਹੜੀ ਗੱਲ ਹੈ ਨਾ ਪਹਿਲਾਂ ਉਸ ਤੇ ਰਹੋ। ਦੋਨਾਂ ਦੇ ਵਿਊ ਪੁਆਇੰਟ ਆ ਗਏ, ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ ਜੀ। ਤੁਸੀਂ ਇਹ ਦੂਜੇ ਮੈਂ ਉੱਥੇ ਜਿਹੜੀ ਗੱਲ ਕਰਦੇ ਹੋ ਨਾ, ਜਿਹੜੀ ਅੱਜ ਗੱਲ ਹੋਈ ਹੈ, ਅੱਜ ਜੇ ਕੋਈ ਔਖਾ ਤਾਂ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕੋਈ ਵੀ ਲੀਡਰ ਹੈ, ਅੱਜ ਉਹਦਾ ਵਿਚਾਰੇ ਦਾ ਵੜਨਾ ਔਖਾ ਕੀਤਾ ਤਾਂ ਤੁਸੀਂ। ਕਦੀ ਉਹਨੂੰ ਕਿਤੇ ਸ਼ੀਸ਼ੇ ਤੋੜ ਦਿੰਦੇ ਹੋ, ਗੱਡੀ ਕਿਤੇ ਹਮਲਾ ਕਰ ਦਿੰਦੇ ਹੋ, ਕਿਸੇ ਦੇ ਘਰ ਚ ਵੜ ਕੇ ਹਮਲਾ ਕਰਤਾ, ਕਿਸੇ ਨੂੰ ਵਿਚਾਰੇ ਨੂੰ ਸੜਕ ਦੇ ਉੱਤੇ ਕੱਪੜੇ ਪਾੜ ਦਿੱਤੇ। ਜੀ ਢਿੱਲੋਂ ਸਾਹਿਬ ਗੱਲ ਆ ਗਈ ਤੁਹਾਡੀ ਢਿੱਲੋਂ ਸਾਹਿਬ। ਔਰ ਢਿੱਲੋਂ ਜੀ ਗੱਲ ਆ ਗਈ, ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ। ਓਕੇ, ਥੈਂਕ ਯੂ ਵੈਰੀ ਮਚ। ਸਾਰੀਆਂ ਪਾਰਟੀਆਂ ਨੂੰ ਆਉਣਾ ਪੈਣਾ ਜੀ ਥੈਂਕ ਯੂ ਢਿੱਲੋਂ ਸਾਹਿਬ, ਪਲੀਜ਼ ਢਿੱਲੋਂ ਸਾਹਿਬ। ਮੈਂ ਦੱਸਿਆ ਇਹ ਜਦੋਂ ਇਹ ਨਕਸਲਾਈਟ ਵਾਲੀ ਮੂਵਮੈਂਟ ਚੱਲੀ ਸੀ, ਉਸ ਤੋਂ ਬਾਅਦ ਇੱਕ ਹੋਰ ਮੂਵਮੈਂਟ ਚੱਲੀ ਸੀ, ਉਸ ਤੋਂ ਬਾਅਦ ਇੱਕ ਹੋਰ ਮੂਵਮੈਂਟ ਚੱਲੀ ਸੀ, ਉਸ ਤੋਂ ਬਾਅਦ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਬਖਸ਼ਿਆ ਨਹੀਂ ਸੀ ਗਿਆ। ਇਹ ਇੱਕ ਵਾਰੀ ਇਹਨਾਂ ਦੀਆਂ ਆਤਮਹਾਰੇ ਹੋ ਗਏ ਨਾ ਜਿਹੜੇ, ਇਹਨਾਂ ਨੇ ਮੁੜ ਕੇ ਚਰਚਾ ਜਾਰੀ ਰੱਖਾਂਗੇ। ਢਿੱਲੋਂ ਸਾਹਿਬ ਬ੍ਰੇਕ ਲੈਣੀ ਪੈਣੀ ਹੈ। ਢਿੱਲੋਂ ਸਾਹਿਬ ਬ੍ਰੇਕ ਲੈਣੀ ਪੈਣੀ ਹੈ, ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਵਾਪਸ। ਸਾਡੇ ਨਾਲ ਅਕਾਲੀ ਦਲ ਦੇ ਕਲੇਰ ਜੀ, ਭਾਜਪਾ ਵੱਲੋਂ ਢਿੱਲੋਂ ਸਾਹਿਬ ਤੇ ਸਿੱਖ ਵਿਦਵਾਨ ਡਾਕਟਰ ਸੋਤਾ, ਤਿੰਨਾਂ ਨੂੰ ਇਹਨਾਂ ਮੁੱਦਿਆਂ ਤੇ ਆਪਾਂ ਕਰਾਂਗੇ ਸਵਾਲ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੇ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਕਲੇਰ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਮੁਕੰਮਲ ਕਰਨਾ ਚਾਹੁੰਦੇ ਸੀ, ਪਰ ਇੱਕ ਸਵਾਲ ਜਿਹੜਾ ਢਿੱਲੋਂ ਸਾਹਿਬ ਛੱਡ ਕੇ ਗਏ ਹੈ ਉਹਦਾ ਵੀ ਜਵਾਬ ਦਿਓ। ਉਹਨਾਂ ਦਾ ਕਹਿਣਾ ਕਿ ਜਦ ਤੱਕ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ ਤਦ ਤੱਕ ਜਿਹੜੀ ਇਹ ਨਫ਼ਰਤ ਵਾਲੀ ਏਦਾਂ ਦੇ ਮਤੇ ਵਾਲੀ ਗੱਲ ਕਦੇ ਸਾਹਮਣੇ ਨਹੀਂ ਆਈ। ਹੁਣ ਜਿਹੜਾ ਅਕਾਲੀ ਦਲ ਇਸ ਉੱਤੇ ਰਾਜਨੀਤੀ ਕਰ ਰਿਹਾ। ਨਹੀਂ, ਮੈਂ ਤਾਂ ਜਗਤਾਰ ਜੀ ਫੇਰ ਉੱਥੇ ਹੀ ਸ਼ੁਰੂ ਕਰੂੰਗਾ ਕਿ ਜਿਹੜੀ ਇਹ ਗੱਲ ਮੇਰਾ ਵੀਰ ਕਰ ਰਹੇ ਨੇ, ਮੈਂ ਤਾਂ ਕਹਿਣਾ ਕਿ ਅਗਰ ਭਾਜਪਾ ਦੇ ਕਿਸੇ ਲੀਡਰ ਦੇ ਉੱਤੇ ਵੀ ਹਿੰਸਾ ਦੇ ਅਸੀਂ ਸਾਰੇ ਖਿਲਾਫ ਹਾਂ, ਔਰ ਖਾਸ ਕਰਕੇ ਸਿੱਖ ਧਰਮ ਤਾਂ ਇਹਦੇ ਵੈਸੇ ਹੀ ਖਿਲਾਫ ਆ। ਔਰ ਤੁਸੀਂ ਇਹ ਗੱਲਾਂ ਆਪਾਂ ਉਰੇ ਚੈਨਲ ਦੇ ਉੱਤੇ ਨਾ ਕਰੀਏ। ਮੈਂ ਤਾਂ ਆਪ ਕਹਿਣਾ ਕਿ ਜਿਹੜਾ ਉਰੇ ਪੰਜਾਬ ਦੇ ਵਿੱਚ ਹੋ ਰਿਹਾ, ਅਗਰ ਕਿਸੇ ਦੇ ਉੱਤੇ ਕੋਈ ਕਿਸੇ ਵੀ ਕਿਸਮ ਦਾ ਅਟੈਕ ਆ, ਉਹਦੀ ਨਿੰਦਾ
ਪਰ ਨਾਲ ਹੀ ਨਿੰਦਾ ਉਸੇ ਭਾਜਪਾ ਲੀਡਰਾਂ ਦੀ ਵੀ ਹੈ ਜਿਹੜੇ ਉਰੇ ਬੈਠ ਕੇ ਗੱਲ ਕਹਿੰਦੇ ਨੇ ਕਿ ਕਿਸਾਨ ਅੱਤਵਾਦੀ ਹੈ, ਕਿਸਾਨ ਵੱਖਵਾਦੀ ਹੈ। ਔਰ ਦੂਸਰੀ ਤੁਸੀਂ ਆਪ ਕਹਿੰਦੇ ਹੋ 26 ਜਨਵਰੀ ਕਿਉਂ ਨਹੀਂ ਕਿਹਾ? ਮੈਂ ਬੀਜੇਪੀ ਲੀਡਰਾਂ ਦੇ ਨਾਮ ਦੇ ਦੂੰਗਾ, ਹਰਜੀਤ ਗਰੇਵਾਲ ਸਾਹਿਬ ਤੋਂ ਲੈ ਕੇ ਹਰ ਬੰਦੇ ਨੇ ਇੱਕ ਵਾਰੀ ਕਿਹਾ ਹੋਗਾ, ਤੁਸੀਂ 15 ਵਾਰੀ ਰਿਪੀਟ ਕੀਤਾ ਹੋਗਾ ਗੱਲ ਨੂੰ। ਢਿੱਲੋਂ ਸਾਹਿਬ ਦੇਖੋ ਯਾਰ, ਗੱਲ ਤਾਂ ਕਰਨ ਦੋ ਨਾ, ਫਿਰ ਤੁਸੀਂ ਆਪਦੀ ਗੱਲ ਕਰ ਲਈ, ਤੁਹਾਡੇ 'ਚ ਕੋਈ ਨਹੀਂ ਬੋਲੇ। ਆਪਾਂ ਮੁੱਦੇ ਤੋਂ ਪਾਸੇ ਨਾ ਜਾਈਏ, ਆਪਾਂ ਮੁੱਦੇ ਤੇ ਜ਼ਰੂਰ ਰਹੀਏ। ਮੁੱਦਾ ਬੇਸਿਕਲੀ ਆਪਾਂ ਨਫ਼ਰਤ ਦੇ ਬੀਜ ਤੁਸੀਂ ਬੀਜਦੇ ਪਏ ਹੋ, ਮੇਰੇ ਗੱਲ ਸੁਣੋ ਕਲੀਅਰ ਸਾਹਿਬ, ਜਿਹੜੇ ਨਫ਼ਰਤ ਦੇ ਬੀਜ ਬੀਜਦੇ ਪਏ ਹੋ, ਇਹਦੀ ਫਸਲ ਬਹੁਤ ਮਾੜੀ ਹੁੰਦੀ ਹੈ। ਪੰਜਾਬ ਨੇ ਕਿ ਕਈ ਵਾਰੀ ਕੱਟ ਕੇ ਦੇਖ ਲਈ ਹੈ ਫਸਲ, ਇਹਦਾ ਕਦੀ ਫਾਇਦਾ ਨਹੀਂ ਹੋਇਆ ਪੰਜਾਬ ਨੂੰ। ਭਾਰਾ ਨੁਕਸਾਨ ਪਹਿਲਾਂ ਵੀ ਚੱਲਿਆ। ਆਪਾਂ ਕ੍ਰੇਜ਼ੀ ਦਾ ਵਿਊ ਪੁਆਇੰਟ ਲੈ ਲਈਏ, ਆਪਾਂ ਕ੍ਰੇਜ਼ੀ ਦੇ ਵਿਊ ਪੁਆਇੰਟ ਲੈ ਲਈਏ। ਢਿੱਲੋਂ ਸਾਹਿਬ, ਮੈਂ ਤੁਹਾਨੂੰ ਮੌਕਾ ਦਿਆਂਗਾ। ਕ੍ਰੇਜ਼ੀ ਪਲੀਜ਼ ਆਪਣੀ ਗੱਲ ਮੁਕੰਮਲ ਕਰੋ ਤੇ ਮੁੱਦੇ ਤੇ ਆਪਾਂ ਰਹੀਏ ਜੀ। ਕਲੀਅਰ ਜੀ। ਜਗਤਾਰ ਜੀ, ਅੱਜ ਬੀਜ ਹੇਟਰੇਟ ਦੇ ਬੀਜ ਕੌਣ ਰਿਹਾ? ਬੀਜੇਪੀ ਆਪ ਬੀਜ ਰਹੀ ਹੈ, ਉਹਨਾਂ ਲੀਡਰ ਬੀਜ ਰਹੇ ਨੇ। ਪੰਜਾਬ ਦੇ ਵਿੱਚ ਐਡੀ ਵੱਡੀ ਸਮੱਸਿਆ ਖੜੀ ਹੋਈ ਹੈ। ਮੈਂ ਫੇਰ ਕਹਿਣਾ ਕਿ ਨਿੰਦਾ ਜੋ ਉੱਥੇ ਮਲੋਟ ਦੇ ਵਿੱਚ ਇੱਕ ਐਮਐਲਏ ਦੇ ਉੱਤੇ ਅਟੈਕ ਹੋਇਆ, ਉਹਦੀ ਨਿੰਦਾ ਹੈ। ਬਟ 300 ਤੋਂ ਉੱਪਰ ਕਿਸਾਨਾਂ ਦੀ ਮੌਤਾਂ ਹੋ ਗਈਆਂ। ਇਹ ਵੀ ਦੇਸ਼ ਦਾ ਗਰੀਬ ਕਿਸਾਨ ਹੈ, ਪੰਜਾਬ ਦਾ ਗਰੀਬ ਕਿਸਾਨ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਉਹ ਨਹੀਂ ਦਿਖੇ, ਉਹਨਾਂ ਦੀ ਨਿੰਦਾ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਕਰ ਦੇਣ, ਆ ਕੇ ਸ਼ੋਕ ਸੰਦੇਸ਼ ਹੀ ਦੇ ਦੇਣ। ਇਹ ਢਿੱਲੋਂ ਸਾਹਿਬ, ਇਹ ਗੱਲਾਂ ਜਵਾਬ ਦੇਣੀਆਂ ਪੈਣਗੀਆਂ, ਹਿਸਟਰੀ ਪੁੱਛੂਗੀ ਇਹ ਸਵਾਲ। ਔਰ ਦੂਸਰੇ ਪਾਸੇ ਤੁਸੀਂ ਨਫ਼ਰਤ ਦਾ ਬੀਜ ਕਦੋਂ ਬੀਜਿਆ? ਨਫ਼ਰਤ ਦਾ ਬੀਜ ਉਦੋਂ ਬੀਜਿਆ ਜਦੋਂ 26 ਜਨਵਰੀ ਦੇ ਉੱਤੇ ਕੁਝ ਹਿੰਸਕ ਘਟਨਾਵਾਂ ਹੋਈਆਂ। ਮੈਂ ਇਸ ਗੱਲ ਨੂੰ ਮੰਨਦਾ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ। ਲਾਲ ਕਿਲੇ ਦੇ ਉੱਤੇ ਕੁਝ ਯੂਥ ਪਹੁੰਚਿਆ, ਤੁਸੀਂ ਉਹਨੂੰ ਜੋੜਿਆ ਕਿਹਦੇ ਨਾਲ? ਤੁਸੀਂ ਨਿਸ਼ਾਨ ਸਾਹਿਬ ਨੂੰ ਚੱਕ ਕੇ ਖਾਲਿਸਤਾਨ ਦੇ ਝੰਡੇ ਨਾਲ ਜੋੜ ਦਿੰਦੇ ਹੋ। ਫਿਰ ਤੁਸੀਂ ਕਹਿੰਦੇ ਹੋ ਕਿ ਘੱਟ ਗਿਣਤੀਆਂ ਤੇ ਅਸੀਂ ਅਟੈਕ ਨਹੀਂ ਕਰਦੇ। ਸੋ ਇਹ ਕਿਤੇ ਨਾ ਕਿਤੇ ਤੁਹਾਨੂੰ ਸੋਚਣਾ ਪਊਗਾ, ਸਮਝਣਾ ਪਊਗਾ। ਔਰ ਇਹ ਗੱਲ ਤੁਹਾਡੇ ਤੇ ਲਾਗੂ ਹੁੰਦੀ ਹੈ ਕਿ ਮੇਰਾ ਵੀਰ, ਮੈਂ ਹੱਥ ਬੰਨ੍ਹ ਕੇ ਕਹਿਣਾ ਕਿ ਅਗਰ ਅੱਜ ਪੰਜਾਬ ਨੂੰ ਦੁਬਾਰਾ ਅੱਗ ਲੱਗ ਗਈ ਤਾਂ ਕਿਸੇ ਤੋਂ ਬੁਝਾਈ ਨਹੀਂ ਜਾਣੀ ਹੈ, ਹੁਣ ਤੁਹਾਡੇ ਹੱਥ ਦੇ ਵਿੱਚ ਹੈ। ਪੰਜਾਬ ਕੀ ਦੇਸ਼ ਦੋਨੋਂ ਸਿਵਲ ਵਾਰ ਦੇ ਮੁਹਾਜ਼ ਤੇ ਖੜੇ ਨੇ ਔਰ ਸਿਵਲ ਵਾਰ ਦੀ ਸਟਾਰਟ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਅਮਿਤ ਸ਼ਾਹ ਨੂੰ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਜਿੱਥੇ ਐਡਾ ਵੱਡਾ ਅੰਦੋਲਨ ਖੜਾ ਹੋ ਜੇ, 300 ਤੋਂ ਉੱਪਰ ਲੋਕਾਂ ਦੀ ਜਾਨ ਚਲੀ ਜਾਵੇ, ਉਹ ਕੋਈ ਛੋਟੀ ਗੱਲ ਨਹੀਂ ਹੁੰਦੀ। ਡੈਮੋਕ੍ਰੇਸੀ ਦੇ ਵਿੱਚ ਇੱਕ ਜਾਨ ਦੀ ਵੀ ਕੀਮਤ ਹੈ। ਤੁਸੀਂ 300 ਦੀ ਜਾਨਾਂ ਦੀ ਵੀ ਕੀਮਤ ਨੂੰ ਸਮਝਣ ਦੀ ਤੁਹਾਡੇ ਚ ਹਲੇ ਤੱਕ ਤੁਸੀਂ ਉਹ ਅੰਦਰੋਂ ਤੁਹਾਡੀ ਅੰਤਰਾਤਮਾ ਨਹੀਂ ਜਾਗੀ। ਸੋ ਮੇਰੀ ਬੇਨਤੀ ਹੈ ਕਿ ਇਸ ਚੀਜ਼ ਨੂੰ ਸਮਝੋ, ਇਹਦੀ ਸੀਰੀਅਸਨੈਸ ਨੂੰ ਸਮਝੋ। ਜੀ ਕਲੇਰ ਜੀ, ਤੁਹਾਡੀ ਗੱਲ ਆ ਗਈ। ਢਿੱਲੋਂ ਸਾਹਿਬ, ਸੰਖੇਪ ਚ ਆਪਣੇ ਕਮੈਂਟਸ ਜ਼ਰੂਰ ਕਰਿਓ। ਡਾਕਟਰ ਸੋਤਾ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਜੀ। ਢਿੱਲੋਂ ਸਾਹਿਬ ਜੀ, ਮੈਂ ਜਿਹੜੀ ਗੱਲ ਇਹਨਾਂ ਨੇ ਕਲੇਰ ਸਾਹਿਬ ਨੇ ਕੀਤੀ, ਕਲੇਰ ਸਾਹਿਬ, ਇਹ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਬਾਕੀ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਵੀ ਪਤਾ ਹੈ ਕਿ ਜੋ ਕਹਿ ਕੇ ਕਿਸਾਨਾਂ ਨੂੰ ਦਿੱਲੀ ਦੇ ਬਰੂਹਾਂ ਤੇ ਜਾ ਕੇ ਬਿਠਾਇਆ ਗਿਆ, ਉਹ ਅਸਲੀਅਤ ਤੋਂ ਕੋਸੋਂ ਦੂਰ ਹੈ। ਸਾਰਿਆਂ ਨੂੰ ਕੀ ਕਿਹਾ ਗਿਆ? ਤੁਹਾਡੀਆਂ ਜ਼ਮੀਨਾਂ ਖੋਹੀਆਂ ਜਾਣੀਆਂ ਨੇ, ਤੁਹਾਡੀਆਂ ਜ਼ਮੀਨਾਂ ਲੈ ਲੈਣੀਆਂ ਨੇ। ਇਹ ਤੁਹਾਨੂੰ ਵੀ ਔਰ ਤੁਹਾਡੀ ਪਾਰਟੀਆਂ ਨੂੰ ਸਭ ਨੂੰ ਪਤਾ ਹੈ। ਆਪਾਂ ਉਸ ਗੱਲ ਤੇ ਨਹੀਂ ਆਉਂਦੇ। ਢਿੱਲੋਂ ਸਾਹਿਬ ਉਸ ਮੁੱਦੇ ਤੇ ਨਹੀਂ ਆਉਂਦੇ। ਢਿੱਲੋਂ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ। ਮੈਂ ਇੱਕ ਲਾਈਨ ਬੋਲ ਕੇ ਮੈਂ ਅੱਗੇ ਨਿਕਲ ਗਿਆ ਇਸ ਗੱਲ ਤੋਂ। ਮੈਂ ਇਹ ਗੱਲ ਕੀਤੀ ਹੈ, ਜਿਹੜੇ ਕਮਿਊਨਿਸਟਾਂ ਨੇ, ਅੱਜ ਤੋਂ ਯਾਦ ਕਰੋ, ਪਹਿਲਾਂ ਵੀ ਇੱਥੇ ਨਕਸਲਵਾਦ ਆਇਆ ਸੀਗਾ ਪੰਜਾਬ ਦੇ ਵਿੱਚ, ਕਿਹੜੇ ਹਾਲਾਤ ਹੋਏ ਸੀ ਉਹਨਾਂ ਦੇ, ਆਪਾਂ ਨੂੰ ਸਭ ਨੂੰ ਜਾਣੂ ਹੋਵਾਂਗੇ। ਕਲੇਰ ਸਾਹਿਬ, ਥੋੜਾ ਜਿਹਾ ਤੁਸੀਂ ਹਿਸਟਰੀ ਚ ਝਾਤ ਪਾ ਕੇ ਵੇਖ ਲਿਓ। ਢਿੱਲੋਂ ਸਾਹਿਬ, ਮੇਰਾ ਸਵਾਲ ਜ਼ਰੂਰ ਸੁਣਿਓ ਪਲੀਜ਼। ਢਿੱਲੋਂ ਸਾਹਿਬ, ਮੇਰਾ ਸਵਾਲ ਜ਼ਰੂਰ ਸੁਣਿਓ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਅੱਜ ਵੀ ਜਿਹੜਾ ਮੀਡੀਆ 'ਚ ਬਿਆਨ ਆਇਆ ਹੈ, ਉਹਨਾਂ ਨੇ ਕਿਹਾ ਕਿ ਜਾਂ ਤਾਂ ਮੁਗਲ ਸਲਤਨਤ ਵੇਲੇ ਜਿਹੜੀ ਫਿਰਕਾ ਪ੍ਰਸਤੀ ਹੈ ਉਸ ਨੂੰ ਏਡੀ ਵੱਡੀ ਹੱਲਾਸ਼ੇਰੀ ਮਿਲਦੀ ਸੀ, ਜਾਂ ਹੁਣ ਭਾਜਪਾ ਦੇ ਸਮਿਆਂ ਦੇ ਵਿੱਚ ਜਿਹੜੀ ਹੈਗੀ ਹੈ ਇਦਾਂ ਦੀ ਫਿਰਕਾ ਪ੍ਰਸਤੀ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਇਹ ਗੱਲ ਤਾਂ ਦੇਖੋ ਨਾ ਨਕਸਲੀਆਂ ਨਾਲ ਜੁੜਦੀ ਹੈ, ਨਾ ਕਮਿਊਨਿਸਟਾਂ ਨਾਲ ਜੁੜਦੀ ਹੈ। ਇਹ ਅਕਾਲ ਤਖ਼ਤ ਦੇ ਜਥੇਦਾਰ ਨੇ ਕਹੀ ਹੈ। ਔਰ ਇਸ ਤੋਂ ਪਹਿਲਾਂ ਐਸਜੀਪੀਸੀ ਦਾ ਮੁੱਦਾ, ਇਸ ਮੁੱਦੇ ਤੇ ਮੈਂ ਸਿੱਧੂ ਸਾਹਿਬ ਇਸੇ ਦਾ ਜਵਾਬ ਦਿਆਂ। ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਦਾ। ਸਾਡੇ ਲਈ ਸਾਰੇ ਸਿੱਖਾਂ, ਦੁਨੀਆ ਜਿੱਥੇ ਮਰਜ਼ੀ ਹੋਵੇ, ਉਹਦੇ ਵਾਸਤੇ ਇੱਕ ਬਹੁਤ ਉੱਚਾ ਸਥਾਨ ਹੈ ਅਕਾਲ ਤਖ਼ਤ ਸਾਹਿਬ ਦਾ। ਮੈਨੂੰ ਨਹੀਂ ਪਤਾ ਅਕਾਲੀ ਦਲ ਦੇ ਪ੍ਰੈਸ਼ਰ ਹੇਠ ਜਾਂ ਕਿਹੜੇ ਪ੍ਰੈਸ਼ਰ ਹੇਠ ਜਥੇਦਾਰ ਸਾਹਿਬ ਦੀ ਕੀ ਇਹੋ ਜਿਹੀ ਮਜਬੂਰੀ ਆਣ ਪਈ, ਜਾਂ ਜਥੇਦਾਰ ਸਾਹਿਬ ਨੇ ਇਹੋ ਜਿਹਾ ਕਿਹੜਾ ਐਕਟ ਵੇਖ ਲਿਆ ਕਿੱਥੇ ਜਾ ਕੇ ਜਿੱਥੇ ਸਿੱਖਾਂ ਨੂੰ ਜਿਹੜਾ ਬੀਜੇਪੀ ਸਰਕਾਰ ਨੇ ਤੰਗ ਕੀਤਾ, ਪਰੇਸ਼ਾਨ ਕੀਤਾ ਜਾਂ ਕੋਈ ਨੁਕਸਾਨ ਕੀਤਾ। ਜੇ ਕਰਤਾਰਪੁਰ ਸਾਹਿਬ ਦਾ ਲਾਂਘਾ, ਹਿਸਟੋਰੀਕਲ ਲਾਂਘਾ ਅੱਜ ਖੋਲਿਆ, ਮੋਦੀ ਸਰਕਾਰ ਨੇ ਖੋਲਿਆ। ਜੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈਗਾ ਸ਼ਤਾਬਦੀ ਵਰ੍ਹਾ ਮਨਾਇਆ ਸੀਗਾ, ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਅੰਬੈਸੀ ਸੀਗੀਆਂ, ਹਰ ਇੱਕ ਅੰਬੈਸੀ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਏ ਗਏ। ਹਰ ਇੱਕ ਚੀਫ ਮਿਨਿਸਟਰ ਦੇ ਆਪਦੇ, ਅੱਜ ਤੱਕ ਕਦੀ ਸੁਣਿਆ ਨਹੀਂ ਸੀਗਾ ਕਿਸੇ ਚੀਫ ਮਿਨਿਸਟਰ ਦੇ, ਗਵਰਨਰ ਦੇ ਘਰੇ ਅਖੰਡ ਪਾਠ ਹੋਇਆ ਹੋਵੇ। ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾਇਆ ਗਿਆ, ਸ਼ਹੀਦੀ ਪੁਰਬ ਮਨਾਏ ਗਏ, ਸਰਕਾਰੀ ਪੱਧਰ ਤੇ, ਬੜੇ ਵੱਡੇ ਪੱਧਰ ਦੇ ਉੱਤੇ।
ਕਦੋਂ ਸਿੱਖਾਂ ਦੇ ਖਿਲਾਫ ਇੱਕ ਵੀ ਐਕਸ਼ਨ ਕੋਈ ਜਿਹੜਾ ਹੈ ਬੀਜੇਪੀ ਦੀ ਸਰਕਾਰ ਨੇ ਕੀਤਾ ਹੋਵੇ? ਚਲੋ ਜੀ, ਚਲੋ ਸਾਹਿਬ ਗੱਲ ਆ ਗਈ ਤੁਹਾਡੀ। ਜਿਨ੍ਹਾਂ ਨੇ ਤੇ ਕਾਂਗਰਸ ਸਾਹਿਬ ਨੂੰ ਧਾੜੇਰੀ ਕੀਤਾ, ਅੱਜ ਉਹ ਤੇ ਤੁਹਾਨੂੰ ਲੱਗਣ ਲੱਗ ਗਏ ਮਿੱਠੇ। ਹਾਂਜੀ, ਅੱਜ ਉਹ ਤੁਹਾਡੇ ਲਈ ਹੋ ਗਏ ਬਹੁਤ ਵਧੀਆ। ਤੇ ਜਿਹੜੇ ਜਵਾਬ ਲੈ ਲਈਏ, ਉਹਨਾਂ ਦੇ ਹੱਥ 'ਚ ਬਿਆਨ ਦੇ ਰਹੇ, ਕਿਹਦੇ ਬਿਆਨ ਦੇ ਰਹੇ ਆ? ਉਦੋਂ ਇਹਨਾਂ ਨੂੰ ਲੱਗਾ ਕਿ ਜਿਹੜਾ ਕਾਂਗਰਸ ਨੇ ਜਿਹਨੇ ਅਟੈਕ ਕਰਾਇਆ ਹਰਿਮੰਦਰ ਸਾਹਿਬ ਤੇ, ਜਿਹਨੇ 84 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ, ਉਹ ਦਿਨ ਇਹਨਾਂ ਨੂੰ ਭੁੱਲ ਗਏ। ਤੇ ਜਦੋਂ ਬੀਜੇਪੀ ਨੇ ਕੀਤਾ ਹੀ ਕੱਖ ਨਹੀਂ, ਔਰ ਇਹਨੂੰ ਕਹਿ ਰਹੇ ਕਿ ਅੱਜ ਮੁਗਲਾਂ ਦੇ ਨਾਲ ਮਿਲ ਗਈ ਤੇ ਫਲਾਣਾ ਹੋ ਗਈ। ਏਡਾ ਵੱਡਾ ਜਿੰਦਰਾ ਵੱਜ ਗਿਆ ਅੱਜ ਕੀ ਜੀ ਚਲੋ ਸਾਹਿਬ, ਥੈਂਕ ਯੂ ਵੈਰੀ ਮਚ। ਚਲੋ ਜੀ, ਥੈਂਕ ਯੂ ਵੈਰੀ ਮਚ। ਕਲੀਅਰ ਜੀ, ਤੁਸੀਂ ਆਪਣੀ ਗੱਲ ਜ਼ਰੂਰ ਕਿਉਂ, ਡਾਕਟਰ ਸੋਤਾ ਵੀ ਇੰਤਜ਼ਾਰ ਕਰ ਰਹੇ ਆ ਜੀ। ਕਲੀਅਰ ਸਾਹਿਬ। ਨਹੀਂ, ਮੈਂ ਫਿਰ ਦੁਬਾਰਾ ਕਹੂੰਗਾ ਕਿ ਗੁਰਪ੍ਰੀਤ ਜੀ ਮੁੱਦੇ ਨੂੰ ਸਮਝਣ ਦੀ ਬਜਾਏ ਫਿਰ ਦੂਸ਼ਣਬਾਜ਼ੀ 'ਚ ਪੈ ਰਹੇ ਨੇ। ਕਾਂਗਰਸ ਨੂੰ ਕੋਈ ਬਰੀ ਨਹੀਂ ਕਰਦਾ। ਕਾਂਗਰਸ ਨੇ ਜੋ ਘਟੀਆ ਅੱਜ ਜਿਹੜਾ ਕੰਪੈਰੀਜ਼ਨ ਕੀਤਾ ਬੀਜੇਪੀ ਨੂੰ ਮੁਗਲ ਕਾਲ ਦੇ ਨਾਲ ਕਰਕੇ, ਪਿਛਲਾ ਕਾਲ ਭੁੱਲ ਹੀ ਗਏ 1984 ਵਾਲਾ। ਗੱਲ ਤਾਂ ਸੁਣ ਲਓ। ਨਹੀਂ, ਮੈਂ ਤੇ ਇਹ ਗੱਲ ਕਹਿ ਰਿਹਾ, ਕਾਂਗਰਸ ਦੇ ਜਥੇਦਾਰ ਸਾਹਿਬ ਪਿਛਲਾ ਕਾਲ ਭੁੱਲ ਕਿਉਂ ਗਏ? 84 ਵਾਲਾ ਸਾਰਾ ਵਿੱਚੋਂ ਡਿਲੀਟ ਕਿਵੇਂ ਵੱਜ ਗਿਆ? ਇਹ ਕਿਵੇਂ ਕਹਿ ਸਕਦੇ ਨੇ ਵੀ ਇਹ ਇਦਾਂ ਦੀ ਗੱਲ ਕਰ ਸਕਦੇ ਨੇ? ਔਰ ਬੀਜੇਪੀ ਨੇ ਜਦੋਂ ਕੋਈ ਗੱਲ ਵੀ ਇਹੋ ਜਿਹੀ ਨਹੀਂ ਕੀਤੀ, ਕੋਈ ਇਹੋ ਜਿਹੀ ਇੱਕ ਵੀ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਕਿ ਸਿੱਖਾਂ ਦੇ ਖਿਲਾਫ। ਓਕੇ, ਚਲੋ ਬਿਲਕੁਲ ਜੀ ਕਲੀਅਰ ਜੀ, ਤੁਸੀਂ ਆਪਣੀ ਗੱਲ ਮੁਕੰਮਲ ਕਰੋ। ਢਿੱਲੋਂ ਸਾਹਿਬ ਦੇਖੋ, ਮੈਂ ਇਹ ਗੱਲ ਕਹੂੰਗਾ ਕਿ ਇੰਟਰੋਸਪੈਕਸ਼ਨ ਦੀ ਬੀਜੇਪੀ ਨੂੰ ਹੁਣ ਬਹੁਤ ਵੱਡੀ ਲੋੜ ਹੈਗੀ ਹੈ। ਮੈਂ ਡੈਮੋਕ੍ਰੇਸੀ ਦੇ ਵਿੱਚ ਫੇਰ ਦੁਬਾਰਾ ਉੱਥੇ ਗੱਲ ਆ ਜਾਣਾ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਤੋਂ ਬਾਅਦ ਕਿਹੜਾ ਐਸਾ ਅੰਦੋਲਨ ਇਸ ਦੇਸ਼ ਦੇ ਵਿੱਚ ਹੋਇਆ ਜਿੱਥੇ 300 ਲੋਕਾਂ ਤੋਂ ਉੱਪਰ ਲੋਕ ਸ਼ਹੀਦੀ ਪਾ ਗਏ? ਔਰ ਤੁਹਾਡੀ ਸਰਕਾਰ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ, ਮੇਰੀ ਯਾਰ ਗੱਲ ਪੂਰੀ ਤਾਂ ਹੋ ਲੈਣ ਦਿਓ ਨਾ ਜੀ। ਤੁਸੀਂ ਵਿੱਚ ਆਪਣਾ ਘੋੜਾ ਕਿਉਂ ਭਜਾਉਂਦੇ ਹੋ? ਪਹਿਲਾਂ ਦੂਜੇ ਦੀ ਗੱਲ ਤਾਂ ਲੈ ਲਓ ਨਾ ਜੀ। ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਕਰਦੇ ਨੇ, ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਇਹ ਪ੍ਰੋਜੈਕਟ ਕਰਦੇ ਨੇ ਕਿ ਮੈਂ ਨੀਚੋਂ ਉੱਠਿਆ ਹੋਇਆ ਜੀ, ਮੈਂ ਬਹੁਤ ਗਰੀਬੀ ਚੋਂ ਉੱਠਿਆ ਹੋਇਆ ਲੀਡਰ ਹਾਂ। ਜਿਹੜਾ ਅੱਜ ਉੱਥੇ ਕਿਸਾਨ ਮਰ ਰਿਹਾ, ਉਹ ਵੀ ਗਰੀਬ ਕਿਸਾਨ ਮਰ ਰਿਹਾ ਦੇਸ਼ ਦਾ। ਤਾਂ ਇਹ ਐਟੀਟਿਊਡ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ। ਇਹ ਐਟੀਟਿਊਡ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੋਣਾ ਚਾਹੀਦਾ। ਮਨ ਕੀ ਬਾਤ ਕਰਨ ਦੀ ਬਜਾਏ ਉੱਥੇ ਜਾਣ, ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਗੱਲ ਕਰ ਲੈਣ। ਕਲੀਅਰ ਜੀ ਉਹ ਕਹਿ ਰਿਹਾ ਹੈ, ਕਲੀਅਰ ਜੀ ਢਿੱਲੋਂ ਸਾਹਿਬ ਕਹਿ ਰਿਹਾ ਹੈ ਕਿ ਸਿੱਖਾਂ ਦਾ ਕਿਤੇ ਨਰਾਦਰ ਕੀਤਾ ਸੀ। ਔਰ ਜਿਹੜੇ ਕਾਮਰੇਡ ਅੱਗੇ ਲੱਗੇ ਨੇ ਉਹਨਾਂ ਨੇ ਗੱਲ ਸਿਰੇ ਚੜ੍ਹਨੀ ਨਹੀਂ ਦੇਣੀ। ਤੁਸੀਂ ਸੌ ਜੋ ਚਲੋ ਆਪਾਂ ਉਸ ਮੁੱਦੇ ਤੇ, ਆਪਾਂ ਕਿਸਾਨੀ ਦੇ ਮੁੱਦੇ ਤੇ ਚਰਚਾ ਨਹੀਂ ਕਰ ਰਹੇ। ਕਿਸਾਨੀ ਦਾ ਮੁੱਦਾ ਨਹੀਂ ਹੈ। ਢਿੱਲੋਂ ਸਾਹਿਬ ਹੱਥ ਬੰਨ ਕੇ ਇੱਕ ਗੱਲ, ਆਪਾਂ ਕਿਸਾਨੀ ਦੇ ਮੁੱਦੇ ਤੇ ਚਰਚਾ ਨਹੀਂ ਕਰ ਰਹੇ। ਉੱਥੇ ਜਿਹੜੇ ਲੋਕ ਮਰੇ ਨੇ ਨਾ ਜੀ, ਉੱਥੇ ਜਿਹੜੇ ਲੋਕ ਮਰੇ ਨੇ, ਉਹਨਾਂ ਦੀ ਕਲੀਅਰ ਜੀ ਉਹ ਤਾਂ ਗੱਲ ਤੁਹਾਡੀ ਆ ਗਈ। ਮਨੁੱਖ ਸੀਗੇ, ਉਹਨਾਂ ਦੀ ਇੱਕੋ ਜ਼ਾਤ ਹੈ ਕਿ ਤੁਹਾਡੇ ਦੇਸ਼ ਦੇ ਵਾਸੀ ਸੀਗੇ। ਤੁਸੀਂ ਇਹ ਦੋ ਗੱਲਾਂ ਦਾ ਜਵਾਬ ਦੇ ਦਿਓ। ਹਿੰਦੁਸਤਾਨ ਦੇ ਬੰਦੇ ਜੀ ਬਿਲਕੁਲ ਉਹ ਮਨੁੱਖ ਸੀ ਤੇ ਓਕੇ ਥੈਂਕ ਯੂ ਵੈਰੀ ਮਚ। ਤੇ ਤੁਸੀਂ ਫੇਰ ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਢਿੱਲੋਂ ਸਾਹਿਬ ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ ਜੀ। ਆਪਾਂ ਡਾਕਟਰ ਸੋਤਾ ਨੂੰ, ਉਹਨਾਂ ਨੂੰ ਵੀ ਮੌਕਾ ਦੇ ਕੇ ਗੱਲ ਕਰਨਾ। ਤੁਹਾਡੇ ਦੋਨਾਂ ਦਾ ਵਿਊ ਪੁਆਇੰਟ ਹੈਗਾ। ਡਾਕਟਰ ਸੋਤਾ, ਜਿਸ ਮੁੱਦੇ ਤੇ ਕਲੀਅਰ ਜੀ ਦਾ ਢਿੱਲੋਂ ਦੇ ਆਪਣੇ ਵਿਊ ਪੁਆਇੰਟ ਹੋ ਸਕਦੇ ਹੈ, ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਮੁਗਲਾਂ ਵੇਲੇ ਜਿਸ ਤਰੀਕੇ ਦੇ ਨਾਲ ਫਿਰਕਾ ਪ੍ਰਸਤੀ ਦਾ ਦੌਰ ਸੀ, ਅੱਜ ਦੇਸ਼ ਦੇ ਅੰਦਰ ਦੇਸ਼ ਨੂੰ ਆਰਐਸਐਸ ਜਿਹੜੀ ਹੈਗੀ ਆ ਉਹ ਹਿੰਦੂ ਰਾਸ਼ਟਰ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਉਹ ਜਿਹੜਾ ਹੈਗਾ ਮੁਗਲ ਰਾਸ਼ਟਰ ਜਾਂ ਮੁਸਲਮਾਨ ਰਾਸ਼ਟਰ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਸੀ। ਫਰਕ ਕੇਵਲ ਇੰਨਾ ਹੀ ਹੈ। ਇਹ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਹੀ ਗਈ ਹੈ। ਜੀ ਦੇਖੋ, ਮੈਂ ਦੋਨਾਂ ਦੇ ਬੁਲਾਰਿਆਂ ਦੇ, ਕਿਉਂਕਿ ਇਹ ਪੋਲੀਟੀਕਲ ਭਾਸ਼ਾ ਆਪਣੇ ਜਿਹੜੇ ਪੱਖ ਨੂੰ ਡਿਫੈਂਡ ਕਰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਕਰਨਾ ਵੀ ਪੈਂਦਾ। ਤੇ ਪਰ ਮੈਂ ਇੱਕ ਗੱਲ ਜ਼ਰੂਰ ਇਹਨਾਂ ਲਈ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਠੀਕ ਆ, ਆਪਣੇ ਪੱਖ ਨੂੰ ਬਾਖੂਬੀ ਦੱਸਣਾ ਵੀ ਇੱਕ ਖੂਬੀ ਹੈ, ਲੇਕਿਨ ਇੱਕ ਇਨਸਾਨੀਅਤ ਦੇ ਨਾਤੇ, ਇੱਕ ਤੁਸੀਂ ਉਸ ਸਿੱਖ ਧਰਮ ਨਾਲ ਜੁੜੇ ਹੋਣ ਦੇ ਨਾਤੇ ਜਿਹੜਾ ਮਨੁੱਖਤਾ ਦਾ ਧਰਮ ਹੈ, ਮੈਂ ਫਿਰ ਦੁਹਰਾਉਂਦੀ ਹਾਂ, ਜਿਹਦੇ ਵਿੱਚ ਕੋਈ ਛੂਤ ਛਾਤ ਭੇਦਭਾਵ ਊਚ ਨੀਚ ਨਹੀਂ। ਤੁਸੀਂ ਆਪਣੇ ਅੰਦਰ ਹਿਰਦਿਆਂ ਨੂੰ ਪੁੱਛੋ, ਤੁਹਾਡੇ ਅੰਦਰੋਂ ਇਹੀ ਆਵਾਜ਼ ਆਉਂਦੀ ਜੋ ਮੈਂ ਕਹਿ ਰਹੀ ਹਾਂ। ਲੇਕਿਨ ਮੈਂ ਕਹਿੰਦੀ ਹਾਂ ਕਿ ਹੌਸਲਾ ਕਰੋ, ਹਿੰਮਤ ਕਰੋ, ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਆਦਰਸ਼ਾਂ ਦੇ ਅਨੁਸਾਰ ਜਿਹੜਾ ਵਿਚਾਰ ਦੱਸ ਕੇ ਜਿਹੜੀਆਂ ਇਹ ਚੀਜ਼ਾਂ ਨੇ ਇਸ ਨੂੰ ਖੰਡਨ ਕਰੋ। ਇਹ ਚੀਜ਼ ਨੂੰ ਖੰਡਨ ਕਰੋਗੇ ਤਾਂ ਤੁਹਾਡਾ ਕੱਦ ਜਨਤਾ ਦੀ ਨਜ਼ਰ ਵਿੱਚ ਹੋਰ ਉੱਚਾ ਹੋ ਜਾਏਗਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਗੁਲਾਮ ਨਹੀਂ ਹੁੰਦੇ। ਜਿਹੜੇ ਬੁਲਾਰੇ ਨੇ ਉਹਨਾਂ ਦੀ ਆਪਣੀ ਭਾਵਨਾ ਹੁੰਦੀ ਹੈ। ਉਹਨਾਂ ਨੂੰ ਅਗਰ ਇੱਕ ਉਹ ਹੈਗਾ ਵੀ ਮੱਖੀ ਤੇ ਮੱਖੀ ਮਾਰ ਕੇ ਅਗਰ ਬੁਲਾਇਆ ਜਾਂਦਾ ਤੇ ਥੋੜੀ ਜੀ ਪਰੇਸ਼ਾਨੀ ਵੀ ਹੁੰਦੀ ਹੈ ਤੇ ਉਦਾਸੀ ਵੀ ਹੁੰਦੀ ਹੈ।
ਮੈਂ ਕਹਿੰਦੀ ਆ ਕਿ ਹੌਸਲਾ ਹੋਣਾ ਚਾਹੀਦਾ, ਸੱਚ ਨੂੰ ਸੱਚ, ਝੂਠ ਨੂੰ ਝੂਠ। ਜੋ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਿਹਾ, ਮੈਂ ਆਈ ਐਮ ਲੀਸਟ ਕਿ ਮੈਂ ਉਹਨਾਂ ਨੂੰ ਕੋਈ ਕੰਟਰਾਡਿਕਟ ਕਰਾਂ। ਮੇਰਾ ਮਤਲਬ ਹੈ ਕਿ ਜੋ ਅੱਜ ਦੇਸ਼ ਦਾ ਮਾਹੌਲ ਹੈ, ਅਗਰ ਕਿਸਾਨਾਂ ਦਾ ਹੀ ਲੈ ਲਈਏ ਤਾਂ ਕੀ ਕਿਸਾਨ ਦੇਸ਼ ਦਾ ਨਾਗਰਿਕ ਨਹੀਂ? ਜੇ ਉਹ ਮਹੀਨਿਆਂ ਬੱਧੀ ਧੁੱਪਾਂ ਛਾਵਾਂ ਠੰਡਾਂ ਵਿੱਚ ਬੈਠੇ ਨੇ, ਅਣਸੁਖਾਵੀਆਂ ਹਾਲਾਤਾਂ ਦੇ ਵਿੱਚ ਬੈਠੇ ਨੇ, ਤਾਂ ਕੀ ਉਹ ਸ਼ੌਕ ਨੂੰ ਬੈਠੇ ਨੇ? ਕੀ ਅਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹਾਂ? ਕੀ ਉਹਨਾਂ ਦੀ ਗੱਲ ਨੂੰ ਸੁਣਨਾ ਸਮਝਣਾ ਮੌਕੇ ਦੀ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਕੀ ਮਸਲੇ ਦਾ ਹੱਲ ਕਰਨਾ ਉਹਨਾਂ ਦੀ ਜ਼ਰੂਰਤ ਨਹੀਂ, ਉਹਨਾਂ ਦੀ ਪ੍ਰਾਇਰਟੀ ਨਹੀਂ ਚਾਹੀਦੀ? ਸੋ ਮੈਂ ਦੋਹਾਂ ਬੁਲਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ, ਵੱਡੀ ਭੈਣ ਹੋਣ ਦੇ ਨਾਤੇ ਜਾਂ ਤੁਸੀਂ ਕੁਝ ਵੀ ਕਹਿ ਲਓ, ਕਿ ਇਸ ਚੀਜ਼ਾਂ ਨੂੰ ਲੈ ਕੇ ਵੱਡਾ ਦਿਲ ਰੱਖੋ, ਆਪਣੇ ਆਪ ਨੂੰ ਅੱਗੇ ਲੈ ਕੇ ਆਓ। ਤੁਸੀਂ ਗੁਰੂ ਸਾਹਿਬ ਦਾ ਪੈਰੋਕਾਰ ਹੋ, ਤੁਸੀਂ ਉਹ ਸਿੱਖਿਆ ਦੇ ਜਿਹੜੇ ਹੈਗੇ ਹੋ, ਸਿਖੰਦੜੇ ਹੈਗੇ ਹੋ, ਤੇ ਕਿਉਂ ਮੂੰਹ ਮੋੜਦੇ ਹੈਗੇ ਹੋ? ਗੁਰੂ ਸਾਹਿਬ ਤਾਂ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, आज काल पोए लेटना, ऊपर जामे घास। डर कादा? क्योंकि जो भी हो रहा है हर पासे, जो मैं निरपक्ष होकर सिद्धू साहब देखती हाँ, सिर्फ ते सिर्फ सियासत हो रही है, सिर्फ ते सिर्फ सौड़े हितां लई काम किया जा रहा है, ना मनुखता लई, ना सिखिज्म लई, ना किसानां लई, किसी लई कोई काम नहीं किया जा रहा। ये सोसाइटी नूं बड़ा ही रॉन्ग डायरैक्शन ते बड़ा ही बेभरोसगी दा मता जिहड़ा समाज च आ रहा है, ये किसी भी पोलीटिकल पार्टी, किसी भी विंग दे ना हित च है ते ना इसका लाभ मिल रहा है। अज दी मेरी गल कही कंन ते लिखिया पढ़ लेना, क्योंकि लोकां दे अंदर जिहड़ियां भावनावां ने उन्हां नूं तुसीं अगर समझण दी कोशिश नहीं करदे, उन्हां नूं तरजीह देण दी कोशिश नहीं करदे, तां बिल्कुल एक दिन वो हालात बन के जिते पछताना पएगा। सो इस करके तुसी असलियत ते आओ, जेड़े सिख सिद्धांत ने अज गुरु तेग बहादुर आ गए बई, किसी नूं पुछ लो कि किनू नहीं पता, जेड़े जिन्हां ने गुरु साहिबान ने जिन्हां लोकां दी खातर, जिन्हां धर्मां दी खातर, जिन्हां मजलूमां दी खातर अपना सीस बर्दाश्त किया, कुर्बान किया, अपना परिवार कुर्बान किए, कि उन्होंने नहीं पता कि की बुत लग सकता है? तुसी कोई अजिही चीज सिद्धू साहब एक मिनट, जिहदा संदेश जग विच जावे, संसार विच जावे, जिहड़े लोकां नूं सेध मिले, कोई डायरैक्शन मिले, क्यों असीं मिसगाइड कर रहे हैं? जी थैंक यू डॉक्टर साहब, थैंक यू। चलो साहब तुसीं मुद्दे ते अपनी गल जरूर करियो, चलो साहब तुसीं अपनी गल जरूर करो, पर एक सवाल ये भी है, ये भी कहा जा रहा है क्योंकि श्रोमणी गुरुद्वारा प्रबंधक कमेटी जिहड़ी है किसान अंदोलन की हमायत करती है, तो जिद्दां कह रहे हैं गुरु तेग बहादुर जी का जिहड़ा आ रहा प्रकाश पुरब 400 साला, उन्हां दे प्रकाश दिहाड़े तो भी सरकार थोड़ा हथ पिछे खिच रही है, इस करके क्योंकि SGPC जिहड़ी है किसान अंदोलन की हमायत कर रही है। यह सवाल भी भाजपा बारे उठिया है गुरु तेग बहादुर जी के प्रकाश दिहाड़े नूं लैके। मैं तो हैरान हाँ इस गल तो, बीबा जी ने बड़ी वधिया गल्लां कीतियां ने, पर मैनूं एक गल दसो, कदों पिछे कोई हट रहा जां किहड़ा कोई इहो जी गल कीती है जिहदे नाल एवें लगे कि असीं जिहड़ी सच्ची गल नहीं करदे पए? पर कहानी सिर्फ ये है भी अज दा माहौल जो बनाया गया ना, वो एक पक्ष की तो गल पूरे जोर शोर नाल होई जावे, किसी ने कोई सोशल मीडिया दूजा तीजा हर पासे, ते जे कोई सरकार दे जो सरकार सोच रही है, जो सरकार कर रही है, ਉਹਦੇ ਬਾਰੇ बोलना ਚਾਹੁੰਦਾ ਤਾਂ ਉਹਦੇ ਪਿੱਛੇ ਐਵੇਂ ਹੱਥ ਧੋ ਕੇ ਪੈਂਦੇ ਨੇ ਜਿਵੇਂ ਪਤਾ ਨਹੀਂ ਉਹਨੇ ਕਿੱਡਾ ਵੱਡਾ ਗੁਨਾਹ ਕਰਤਾ ਹੁੰਦਾ। ਸਰਕਾਰ ਤੱਕ ਦਾ ਝੂਠ ਤੇ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰੀ ਜਾਓ, ਤੇ ਜੋ ਸਰਕਾਰ ਨੇ ਸੱਚਾਈ ਕੀਤੀ ਹੈ ਜੇ ਉਹਦੇ ਬਾਰੇ ਇੱਕ ਲਾਈਨਾਂ ਬੋਲ ਵੀ ਦਈਏ, ਤੇ ਜਿਵੇਂ ਜਿਹੋ ਜਿਹੀਆਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ, ਜਾਂ ਜਿੰਨਾ ਮਾੜਾ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਰੇ ਧਿਆਨ ਦਈਏ। ਪਰ ਦੂਜੀ ਗੱਲ ਪਹਿਲੀ ਮੈਂ ਜਿਹੜੀ ਇਹ ਕਹਿਣਾ ਕਿ ਕਿਉਂ ਅਸੀਂ संकोचे जाने छोटे वन दे विच ले जाने करना चाहुंदे अपने आप नूं सीमित दायरे दे विच। गुरु तेग बहादुर हिंद दी चादर, पूरे हिंद दी चादर दा खिताब जिहड़े गुरु पातशाह नूं मिलिया, कि वो गुरु पातशाह सिर्फ अज इन्ना अपनी सिख उहदे ही हो गए ने, कल्ले हिंद दी चादर दा खिताब उन्हां नूं मिलिया, हिंद पूरे हिंद दी चादर दा। हर एक नूं उन्हां बारे
ਉਨੀ ਸ਼ਰਧਾ ਵੀ ਹੈ, ਉਹਨਾਂ ਸਨਮਾਨ ਵੀ ਹੈ, ਉਹਨਾਂ ਦਾ ਜੇ ਕੋਈ ਆਪਣੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ। ਤੁਸੀਂ ਕੀ ਅੱਜ ਗੁਰੂ ਨਾਨਕ ਦੇਵ ਜੀ, ਅਸੀਂ ਜੇ ਚਲੇ ਜਾਈਏ ਲੇਹ ਲਦਾਖ ਵਾਲੇ ਪਾਸੇ, ਉੱਥੇ ਲਾਮਾ ਗੁਰੂ ਨਾਨਕ ਲਾਮਾ ਕਰਕੇ ਉਹਨਾਂ ਨੂੰ ਪੂਜਦੇ ਨੇ। ਜੇ ਆਪਾਂ ਪਾਕਿਸਤਾਨ ਚਲ ਜਾਈਏ ਜਾਂ ਅਫਗਾਨਿਸਤਾਨ ਚਲ ਜਾਈਏ, ਉੱਥੇ ਨਾਨਕ ਸ਼ਾਹ ਫਕੀਰ ਦੇ ਨਾਮ ਤੋਂ ਜਾਣਦੇ ਨੇ, ਉਹ ਪੂਜਦੇ ਨੇ। ਉਹ ਗੱਲ ਸਾਰੀ ਠੀਕ ਹੈ, ਉਹ ਗੱਲ ਸਾਰੀ ਠੀਕ ਹੈ, ਪਰ ਸਵਾਲ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਰਕਾਰ ਹੱਥ ਪਿੱਛਾ ਖਿੱਚ ਰਹੀ ਹੈ। ਇੰਨਾ ਕੁ ਜਵਾਬ ਦੇ ਦਿਓ, ਆਪਾਂ ਫਿਰ ਅੱਗੇ ਗੱਲ ਕਰਦੇ ਹਾਂ। ਨਹੀਂ ਪਿੱਛਾ ਖਿੱਚਦੀ, ਬਿਲਕੁਲ ਹੱਥ ਨਹੀਂ ਪਿੱਛੇ ਖਿੱਚਦੀ, ਨਾ ਹੀ ਕੋਈ ਐਵੇਂ ਦੀ ਗੱਲਬਾਤ ਹੈ। ਮੇਰੀ ਹੁਣ ਇੱਕ ਗੱਲ, ਮੈਨੂੰ 1 ਮਿੰਟ ਦਾ ਸਮਾਂ ਦਿਓ, ਜੇ ਮੈਂ ਮਾੜਾ ਜਿਹਾ ਬਰੀਫ ਕਰਨਾ ਚਾਹੁੰਦਾ। ਜਿਹੜੀ ਆ ਪਹਿਲਾਂ ਹੁੰਦਾ ਰਿਹਾ ਤੇ ਜੋ ਅੱਜ ਦੁਬਾਰਾ ਹੋਣ ਜਾ ਰਿਹਾ, ਇਤਿਹਾਸ ਰਿਪੀਟ ਹੋਣ ਲੱਗਾ ਜਿੱਥੋਂ ਤੱਕ ਮੈਨੂੰ ਲੱਗਦਾ। ਕੀ ਹੋਇਆ ਕਿ ਇੱਕ ਪੋਲੀਟੀਕਲ ਪਾਰਟੀ ਅਕਾਲੀ ਦਲ ਸਾਡੇ ਭਾਈਵਾਲ ਰਹੇ ਨੇ ਬੜਾ ਚਿਰ, ਅੱਜ ਚਲੋ ਵੱਖਰੇ ਹੋ ਗਏ ਨੇ, ਗੱਲਾਂ ਹੋ ਜਿਹੀਆਂ ਕਰਨ ਲੱਗ ਪਏ। ਤਾਂ ਮੈਂ ਵੀ ਥੋੜਾ ਜਿਹਾ ਇੱਥੇ ਚਾਨਣਾ ਪਾ ਦਿਆਂ ਕਿ ਜਦੋਂ 1947 ਤੋਂ ਬਾਅਦ ਜਾਂ ਉਸ ਤੋਂ ਬਾਅਦ ਪੈਪਸੂ ਬਣਿਆ, ਪੈਪਸੂ ਤੋਂ ਬਾਅਦ ਜਿਵੇਂ ਦੀ ਸੰਰਚਨਾ ਸੀਗੀ, ਹਰਿਆਣਾ, ਪੰਜਾਬ, ਹਿਮਾਚਲ ਇੱਕ ਸੀਗਾ। ਪੰਜਾਬੀ ਸੂਬੇ ਦਾ ਮੋਰਚਾ ਲੱਗਾ। ਪੰਜਾਬੀ ਸੂਬੇ ਦਾ ਮੋਰਚਾ ਲਾਉਣ ਦੇ ਪਿੱਛੇ ਰਾਜਨੀਤੀ ਕੀ ਸੀਗੀ ਕਿ ਜਦੋਂ ਤੱਕ ਇਹ ਪੂਰਾ ਪੰਜਾਬ ਹੈ ਇਕੱਠਾ, ਉਦੋਂ ਤੱਕ ਅਕਾਲੀ ਦਲ ਕਿਸੇ ਵੀ ਤਰੀਕੇ ਨਾਲ ਜਿਹੜਾ ਹੈ ਉਹ ਸੱਤਾ ਦੇ ਵਿੱਚ ਨਹੀਂ ਆ ਸਕਦਾ। ਹੁਣ ਇਹਨੂੰ ਕਿੱਦਾਂ ਕੀਤਾ ਜਾਵੇ, ਇਹਨੂੰ ਸ਼ਾਰਟਕਟ ਕੀਤਾ ਜਾਵੇ। ਪਿਛਲੀ ਜਿਹੜੀ ਰਾਜਨੀਤਿਕ ਮੰਸ਼ਾ ਸੀ ਉਹ ਇਹ ਨਹੀਂ ਸੀ, ਉਹਦੇ ਨਾਲ ਨੁਕਸਾਨ ਕਿਹਦਾ ਕਰਾਇਆ? ਪੰਜਾਬੀਆਂ ਦਾ। ਮਿਲਿਆ ਕੀ ਸਾਨੂੰ? ਹਰਿਆਣਾ ਅਲੱਗ ਨਿਕਲ ਗਿਆ, ਹਿਮਾਚਲ ਅਲੱਗ ਨਿਕਲ ਗਿਆ, ਚੰਡੀਗੜ੍ਹ ਅਲੱਗ ਨਿਕਲ ਗਿਆ। ਇਤਿਹਾਸ ਰਹਿੰਦਾ ਹੈ, ਇਹਨੂੰ ਡਿਨਾਈ ਆਪਾਂ ਨਹੀਂ ਕਰ ਸਕਦੇ। ਇਹ ਬਾਅਦ ਚ ਨਿਕਲ ਕੇ ਕੀ ਮਿਲਿਆ ਸਾਨੂੰ? ਔਰ ਅੱਜ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪਰ ਰਹਿ ਗਏ। ਅਸੀਂ ਕੋਈ ਰਾਜਨੀਤਿਕ ਉਹਦੇ ਵਾਸਤੇ ਅੱਜ ਫੇਰ ਉਹੀ ਕੁਝ ਹੋ ਰਿਹਾ। ਅੱਜ ਦੁਬਾਰਾ ਅਕਾਲੀ ਦਲ ਨੇ ਉਹੀ ਲੀਡ ਫੜ ਲਈ ਹੈ, ਔਰ ਇਹ ਹੁਣ ਮੈਨੂੰ ਨਹੀਂ ਪਤਾ ਹੋਰ ਕਿੰਨਾ ਕੁ ਛੋਟਾ ਕਰਨਗੇ ਸਾਨੂੰ। ਦੁਨੀਆ ਤੇ ਰਾਜ ਕਰਨ ਲਈ ਬਣਿਆ ਸਿੱਖ ਜਿਹੜਾ ਹੈ ਉਹ ਪੂਰੇ ਦੁਨੀਆ ਦੇ ਉੱਤੇ ਆਪਣਾ ਜਿਹੜੇ ਮਰਜ਼ੀ ਕੰਟਰੀ ਚੱਲਦੇ ਉਹਨੂੰ ਆਪਣਾ ਵਜੂਦ ਬਣਾਉਣਾ ਆਉਂਦਾ, ਉਹਨੂੰ ਆਪਣਾ ਪਛਾਣ ਬਣਾਉਣੀ ਆਉਂਦੀ ਹੈ। ਚਲੋ ਜੀ, ਥੈਂਕ ਯੂ ਵੈਰੀ ਮਚ। ਕਰਦੇ ਜਾਂਦੇ ਹੋ ਜੀ ਕਰੋ, ਚਲੋ ਸਾਹਿਬ, ਥੈਂਕ ਯੂ। ਚਲੋ ਸਾਹਿਬ, ਥੈਂਕ ਯੂ, ਤੁਹਾਡੀ ਗੱਲ ਆ ਗਈ ਕਲੀਅਰ ਸਾਹਿਬ। ਨਹੀਂ, ਮੈਂ ਤਾਂ ਜਗਤਾਰ ਜੀ ਇਹੀ ਗੱਲ ਕਹੂੰਗਾ ਕਿ ਬੀਜੇਪੀ ਦੇ ਬੁਲਾਰੇ ਦੇ ਮੂੰਹ ਤੋਂ ਪੰਜਾਬੀ ਸੂਬੇ ਦੇ ਖਿਲਾਫ ਵੀ ਅਗਰ ਕੋਈ ਸ਼ਬਦ ਨਿਕਲਦਾ ਤਾਂ ਕੋਈ ਵੱਡੀ ਗੱਲ ਨਹੀਂ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਦੇਸ਼ ਦੇ ਫੈਡਰਲ ਦੂਜੇ ਦੀ ਗੱਲ 'ਚ ਚੁੱਪ ਰਹਿ ਕੇ ਰੱਖਿਆ ਕਰੋ। ਤੁਸੀਂ ਆਪਦੀ ਗੱਲ ਕਹਿ ਲਈ, ਤੁਹਾਡੀ ਗੱਲ 'ਚ ਨਹੀਂ ਕੋਈ ਬੋਲਿਆ ਤਾਂ ਤੁਸੀਂ ਆਪਣਾ ਚੁੱਪ ਰਹਿਣਾ ਵੀ ਸਿੱਖਿਆ ਕਰੋ ਥੋੜਾ। ਅਗਰ ਤੁਹਾਡੀ ਵਰਗੀ ਪਾਰਟੀ ਕਮੈਂਟ ਕਰਦੀ ਹੈ, ਸਾਨੂੰ ਕੋਈ ਉਹ ਨਹੀਂ, ਕਿਉਂਕਿ ਤੁਸੀਂ ਤਾਂ ਤੁਹਾਡੇ ਤੇ ਪਹਿਲਾਂ ਹੀ ਕਹਿੰਦੇ ਆ ਕਿ ਤੁਸੀਂ ਹੁਣ ਫੈਡਰਲ ਸਿਸਟਮ ਦੇ ਖਿਲਾਫ ਹੋ ਤੁਰੇ ਹੋ। ਤੁਸੀਂ ਤਾਂ ਚਾਹੁੰਦੇ ਨਹੀਂ ਇਹ ਚੀਜ਼। ਤੁਸੀਂ ਅਗਰ ਬੀਜੇਪੀ ਅੱਜ ਉਸ ਦੌਰ ਦੇ ਵਿੱਚ ਹੈ। ਔਰ ਦੂਸਰੀ ਗੱਲ, ਬੜੀ ਵਧੀਆ ਗੱਲ ਤੁਸੀਂ ਕਹੀ ਅੱਜ ਕਿ ਜੀ ਗੁਰੂ ਜਿਹੜੇ ਤੇਗ ਬਹਾਦਰ ਸਾਹਿਬ ਹੈ ਉਹਨਾਂ ਦਾ ਅਸੀਂ ਪ੍ਰਕਾਸ਼ ਮਨਾਉਣਾ ਚਾਹੁੰਦੇ ਹਾਂ ਦਿਹਾੜਾ। ਔਰ ਅਗਰ ਕੋਈ ਮਨਾ ਰਿਹਾ, ਮੈਂ ਤਾਂ ਆਪ ਕਹਿਣਾ ਚੰਗੀ ਗੱਲ ਹੈ, ਪਰ ਅਗਰ ਤੁਸੀਂ ਮਨਾਉਂਦੇ ਹੋ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਪਰ ਜਿਹੜੀਆਂ ਉਹਨਾਂ ਦੇ ਧਰਮ, ਜਿਹੜਾ ਸਿੱਖੀ ਧਰਮ ਹੈ, ਜਿਹੜੇ ਉਹਦੇ ਰੀਤੀ ਰਿਵਾਜ ਹੈ, ਜਿਹੜੀ ਉਹਦੇ ਵਿੱਚ ਮੰਨਤਾ ਨੇ, ਜੋ ਅਸੀਂ ਮੰਨਦੇ ਹਾਂ, ਤੁਸੀਂ ਉਹਨਾਂ ਦੇ ਉਲਟ ਕਦੇ ਚਲੇ ਜਾਓਗੇ। ਤੁਸੀਂ ਇੱਕ ਚੀਜ਼ ਨੂੰ, ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਚੱਕਰ ਦੇ ਵਿੱਚ ਜੋ ਸਿੱਖੀ ਸਿਧਾਂਤ ਦੇ ਵਿੱਚ ਬੁੱਤ ਪੂਜਾ ਨਹੀਂ ਲਿਖੀ, ਤੁਸੀਂ ਉਹ ਹੁਣ ਕਰਾਉਣੀ ਚਾਹੁੰਦੇ ਹੋ। ਸੋ ਗੱਲ ਅੱਜ ਉਰੇ ਹੋ ਰਹੀ ਹੈ। ਔਰ ਦੂਸਰੇ ਪਾਸੇ ਕੌਣ ਕਰਾਉਣਾ ਚਾਹੁੰਦਾ ਕਲੇਰ ਸਾਹਿਬ? ਕਿਉਂ ਗੱਲ ਨੂੰ ਬਿਨਾਂ ਵਜ੍ਹਾ ਉੱਥੇ ਪਾਸੇ ਲੈ ਕੇ ਜਾਂਦੇ ਹੋ? ਮੈਂ ਫੇਰ ਓਪਨ ਚੈਲੰਜ ਕਰਦਾ ਤੁਹਾਨੂੰ। ਇੱਕ ਤੁਹਾਡੇ ਕਹਿਣ ਦੇ ਉੱਤੇ ਬੀਬੀ ਜਗੀਰ ਕੌਰ ਨੇ ਬਿਆਨ ਦੇ ਦਿੱਤਾ, ਔਰ ਇਹਦੀ ਬਜਾਏ, ਇਹ ਕਹਿਣ ਦੇ ਬਜਾਏ ਬੀਬੀ ਜਗੀਰ ਕੌਰ ਇਹ ਵੀ ਕਹਿ ਸਕਦੀ ਸੀ ਜੀ ਇਹਨੂੰ ਐਵੇਂ ਨਹੀਂ ਐਵੇਂ ਮਨਾ ਲਓ, ਕਹੀ ਜਾ ਸਕਦੀ ਸੀ। ਪਰ ਤੁਸੀਂ ਖਲਾਰਾ ਪਾਉਣ ਵਾਲੇ ਪਾਸੇ ਧਿਆਨ ਦਿਓ। ਮੇਰੀ ਗੱਲ ਸੁਣ ਲਓ ਤੁਸੀਂ ਹੁਣ। ਢਿੱਲੋਂ ਸਾਹਿਬ, ਮੇਰੀ ਗੱਲ ਸੁਣ ਲਓ। ਤੁਸੀਂ ਆਪਣੀ ਗੱਲ ਕਹਿਤੀ, ਤੁਸੀਂ ਸਾਨੂੰ ਡਿਕਟੇਟ ਨਾ ਕਰੋ। ਅਸੀਂ ਆਪਦੇ ਧਰਮ ਦੇ ਵਿੱਚ ਅਸੀਂ ਕੀ ਕਰਨਾ, ਆਪਦੇ ਲਫ਼ਜ਼ ਸਾਡੇ ਮੂੰਹ 'ਚ ਪਾਈ ਜਾਓ। ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣਾ ਕਿ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਸਹਿਣਸ਼ੀਲਤਾ ਲਿਆਓ। ਔਰ ਜਿਸ ਤਰੀਕੇ ਦੇ ਬਿਆਨ ਤੁਸੀਂ ਅੱਜ ਦੇ ਰਹੇ ਹੋ, ਆਹੀ ਤੁਹਾਡੇ ਲੀਡਰ ਦੇ ਰਹੇ ਨੇ। ਔਰ ਇਸੇ ਨੇ ਹਿੰਦੁਸਤਾਨ ਦਾ, ਪੰਜਾਬ ਦਾ ਖਰਾਬ ਕੀਤਾ। ਇਹ ਗੱਲਾਂ ਤੋਂ ਮੇਰਾ ਵੀਰ ਥੋੜਾ ਬਾਜ਼ ਆ ਜਾਓ, ਕਿਉਂਕਿ ਜਿਹੜੀ ਤੁਹਾਡੀ ਬੋਲੀ ਹੈ ਨਾ, ਜਿਹੜਾ ਤੁਹਾਡਾ ਸਲੈਂਗ ਆ, ਇਹ ਤੁਹਾਡੀ ਜੀਭ ਹੈ ਜਿਹੜੀ ਬੀਜੇਪੀ ਲੀਡਰਾਂ ਦੀ, ਇਹਨੇ ਹੀ ਜ਼ਿਆਦਾ ਦੇਸ਼ ਦੇ ਵਿੱਚ ਅੱਜ ਮਾਹੌਲ ਖਰਾਬ ਕੀਤਾ। ਤੁਸੀਂ ਇਸੇ ਗੱਲਾਂ ਤੋਂ ਬਾਜ਼ ਆ ਜਾਓ ਤਾਂ ਮੈਨੂੰ ਲੱਗਦਾ ਅੱਧੇ ਦੇਸ਼ ਦਾ ਮਾਹੌਲ ਠੀਕ ਹੋ ਜਾਊਗਾ। ਓਕੇ, ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਆਪਣੇ ਤਿੰਨੇ ਮਹਿਮਾਨਾਂ ਦਾ ਕਲੀਅਰ ਜੀ। ਮੈਂ ਤਾਂ ਕਿਹਾ ਜੇ ਪੂਰੀ ਹੋ ਗਈ ਤਾਂ ਜਵਾਬ ਦੇਣਾ, ਮੈਂ ਚੁੱਪ ਕਰਕੇ ਬੈਠਾ ਸੀ। ਜੀ ਢਿੱਲੋਂ ਸਾਹਿਬ, ਸੰਖੇਪ ਦੇ ਵਿੱਚ ਸਮਾਂ ਨਹੀਂ, ਸੰਖੇਪ ਦੇ ਵਿੱਚ ਜਿਹੜਾ ਹੈਗਾ ਇਹਨੂੰ ਬਰੀਫ ਆਪਣੇ ਕੋਲ ਫਿਰ ਸਮਾਂ ਨਹੀਂ ਹੈਗਾ। ਜੀ ਢਿੱਲੋਂ ਸਾਹਿਬ,
ਮੈਂ ਵਾਰ-ਵਾਰ ਇਹ ਕਲੀਅਰ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਪਹਿਲਾਂ ਵੀ ਕਿਹਾ ਤੇ ਦੁਬਾਰਾ ਫੇਰ ਕਹਿਣ ਲੱਗਾ, ਅਸੀਂ ਕੋਈ ਕਿਸੇ ਸਟੇਟ ਦੇ ਵਿਰੋਧ ਨਹੀਂ ਕੀਤਾ, ਨਾ ਕੋਈ ਕਿਸੇ ਦੀ ਗੱਲ ਕੀਤੀ। ਮੈਂ ਤੁਹਾਨੂੰ ਇਤਿਹਾਸ ਨਹੀਂ, ਪੰਜਾਬੀ ਸੂਬੇ ਦਾ ਜਿਹੜਾ Okay, thank you. ਥੈਂਕ ਯੂ। ਤੁਹਾਡੇ ਕਮੈਂਟਸ ਆ ਗਏ। ਪੰਜਾਬ ਦੇ ਕੋਲ ਹੈ ਨਾ, ਬੋਲਿਆ ਕੋ ਹੋ Okay. ਜਿਹੜਾ ਅੱਜ ਤੀਜਾ ਹਿੱਸਾ ਰਹਿ ਗਿਆ, ਸਾਡੇ ਤੁਹਾਡੇ ਲੋਕ ਇਹ ਗੱਲਾਂ ਪਿੱਛੇ ਤੁਹਾਡੇ ਮਗਰ ਭੱਜ ਸਾਰਾ ਕੁਝ ਘਟ ਗਿਆ। ਸਿਰਫ ਤੁਸੀਂ ਇੱਕ ਚਲੋ। ਸਿਰਫ ਕੁਰਸੀ ਤੇ ਬੈਠਾ ਸੀਗਾ। ਇਸ ਹੁਣ ਮਾਮਲੇ ਤੁਹਾਡੇ ਦੇ ਦੋਨਾਂ ਦਾ ਸਾਰੇ ਰਿਕਾਰਡ ਆ ਗਿਆ ਜੀ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਕਲੀਅਰ ਜੀ, ਢਿੱਲੋਂ ਸਾਹਿਬ, ਡਾਕਟਰ ਸੋਤਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਮੁੱਦਾ ਦੇਸ਼ ਅੰਦਰ ਘੱਟ ਗਿਣਤੀਆਂ ਅਸੁਰੱਖਿਅਤ ਕਿਉਂ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਕੀਤਾ, ਖਾਲਸਾ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤੇ ਕਿੰਨੀਆਂ ਕੁ ਰਾਜਸੀ ਰੋਟੀਆਂ ਸੇਕੀਆਂ ਜਾ ਰਹੀਆਂ, ਸਮੇਂ ਦੀਆਂ ਸਰਕਾਰਾਂ ਕਿੰਨੀਆਂ ਜ਼ਿੰਮੇਵਾਰ ਹੈ, ਤੇ ਜਿੱਥੋਂ ਤੱਕ ਸਵਾਲ ਹੈ ਧਾਰਮਿਕ ਅਕੀਦਿਆਂ ਦਾ, ਧਾਰਮਿਕ ਹਸਤੀਆਂ ਤੇ ਧਾਰਮਿਕ ਸੰਸਥਾਵਾਂ ਕਿੰਨੀਆਂ ਜ਼ਿੰਮੇਵਾਰ ਹੈ। ਇਹਨਾਂ ਮੁੱਦਿਆਂ ਤੇ ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਦੇਸ਼ ਦੇ ਲੋਕ ਦੇਸ਼ ਦੀ ਸੁਰੱਖਿਆ ਦੇ ਲਈ ਤੇ ਦੇਸ਼ ਦੀ ਭਲਾਈ ਦੇ ਲਈ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਢੂੰਡ ਰਹੇ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਫਿਰ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।